गुरु प्रसाद। तेरे कवन कवन गुण कह कहे गावा, तू साहिब गुणी निधाना। तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहेगुरु साहिब जियो। राग सूही महला पहला, छंत कर दूजा। एक ओंकार सतगुर प्रसाद। हम कर साजन आए, साचै मेल मिलाए। हम कर साजन आए, साचै मेल मिलाए। सहज मिलाए हर मन भाए, पंच मिले सुख पाया। साई वस्तु प्राप्त होई, जिससे ती मन लाया। अन दिन मेल भया मन मानिया, घर मंदर सोहाए। पंच शब्द धुन अनहद वाजे, हम घर साजन आए। आवो मीत प्यारे, मंगल गावो नारे। सच मंगल गावो, तां प्रभ पावो। सोह लड़ा जुग चारे। अपने घर आया थान सुहाया, कारज शब्द सवारे। ज्ञान महारस नेत्री अंजन, त्रिभुवन रूप दिखाया। सखी मिलो रस मंगल गावो, हम घर साजन आया। मन तन अमृत भिन्ना, अंतर प्रेम रतन्ना। अंतर रतन पदार्थ मेरा, परम तत्व विचारो। जंत भेख तू सफल्यो दाता, सिर सिर देवन हारो। तू जान ज्ञानी अंतर जामी, आपे कारण कीना। सुनो सखी मन मोहन मोहया, तन मन अमृत भिन्ना। आत्म राम संसारा, साचा खेल तुम्हारा। सच खेल तुम्हारा अगम अपारा। तुद बिन कौन बुझाए, सिद्ध साधिक स्याणे केते। तुझ बिन कवण कहाए। काल बिकाल भये देवाने, मन राखिया गुर ठाए। नानक अवगण शब्द जलाए, गुण संगम प्रभु पाए। काल बिकाल भये देवाने, मन राखिया गुर ठाए। नानक अवगण शब्द जलाए, गुर संगम प्रभ पाए। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी दी अपार बख्शिश। संध्या समय असी सत्संगत दा समा माण पा रहे हैं। गुरबाणी व्याख्यान विच सूही राग दे चंतां दी विचार हो रही है। गुरु नानक साहब द्वारा उचरित किया पहले जामे का संदेश बीते कल इस पावन शब्द की
ਤਕਰੀਰ ਅਸੀਂ ਆਰੰਭੀ ਸੀ, ਜੋ ਇਹਦਾ 1 ਨੰਬਰ ਪਦਾ ਆ, ਵੈਰੀ ਫਸਟ ਸਟੈਂਜਾ, ਵੀ ਵਰ ਡਿਸਕਸਿੰਗ ਇਟ। ਜਿੱਥੇ ਬੀਤੇ ਕੱਲ ਬਾਤ ਸਮੇਟੀ ਸੀਗੀ, ਉੱਥੋਂ ਹੀ ਅਸੀਂ ਅੱਗੇ ਅੱਜ ਤੋਰਾਂਗੇ। ਬੁਨਿਆਦੀ ਤੌਰ 'ਤੇ ਜਿਵੇਂ ਵਿਆਹ ਦਾ ਮਾਹੌਲ ਹੁੰਦਾ ਆ, ਉਸ ਵਿਆਹ ਦੇ ਮਾਹੌਲ ਦੇ ਵਿੱਚ ਜੋ ਸ਼ਬਦ ਗਾਇਨ ਅਸੀਂ ਅਕਸਰ ਟ੍ਰੈਡੀਸ਼ਨਲ ਵੇ ਨਾਲ ਵੇਖਦੇ ਆਏ ਹਾਂ, ਉਹਦੇ ਵਿੱਚੋਂ ਇਹ ਵੀ ਹਿੱਸਾ ਹੈ। ਮਿਲਣੀ ਦੇ ਸਮੇਂ ਅਕਸਰ ਇਹ ਸ਼ਬਦ ਦੇ ਪਦੇ ਗਾਏ ਜਾਂਦੇ ਸੀ। ਉਸ ਬਾਬਤ ਵੀ ਬੜੀ ਡਿਟੇਲਡ ਗੱਲ ਹੋਈ ਕੱਲ। ਅੱਜ ਜਿੱਥੇ ਬਾਤ ਅਸੀਂ ਕੱਲ ਸਮਾਪਤ ਕਰ ਰਹੇ ਸੀ, ਬਿਲਕੁਲ ਉੱਥੋਂ ਹੀ ਪ੍ਰਾਰੰਭ ਕਰ ਲੈਂਦੇ ਹਾਂ। ਜੋ ਗੁਰਦੇਵ ਜ਼ਿਕਰ ਕਰ ਰਹੇ ਸੀਗੇ ਕਿ ਹਮ ਕਰ ਸਾਜਨੇ ਆਏ, ਸਾਚੈ ਮੇਲ ਮਿਲਾਏ। ਇਸ ਮਨੁੱਖੀ ਸੋਚ ਮੰਡਲ ਦੇ ਵਿੱਚ ਜਿਹੜੀ ਤਬਦੀਲੀ ਹੈ, ਬਦਲਾਅ, ਚੇਂਜਿਸ, ਜਦੋਂ ਉਹ ਆ ਰਹੇ ਨੇ, ਅਤੇ ਉਹਨਾਂ ਦੇ ਸਦਕਾ ਜੋ ਮੇਰੇ ਖਾਸ ਕਰਕੇ ਜੋ ਮੈਂ ਫੀਲ ਕਰ ਰਿਹਾ, ਜੋ ਮਹਿਸੂਸ ਹੋ ਰਿਹਾ ਹੈ, ਜੋ ਜੀਵਨ ਯਾਪਨ ਦੇ ਵਿੱਚ ਰਿਐਲਿਟੀ 'ਚ ਬਦਲਿਆ, ਉਹਦੀ ਗੱਲ ਹੋਣ ਲੱਗੀ ਹੈ। ਜਦੋਂ ਅਹਿਸਾਸ ਹੋਇਆ ਮੈਂ ਤੇ ਜਿਹੜਾ ਮੇਰਾ ਅਸਲ ਰੂਪ ਹੈ, ਕਾਦਰ, ਕੁਦਰਤ ਨੂੰ ਕੱਢਣ ਵਾਲਾ, ਇੱਕ ਹੀ ਹਾਂ। ਮੇਰੀ ਤੇ ਉਹਦੀ ਹਸਤੀ ਵੱਖਰੀ ਨਹੀਂ ਗਈ। ਜਾਪ ਜੀ ਨੇ ਅੱਜ ਦਾ ਹੁਕਮਨਾਮਾ ਹੀ ਪੜ੍ਹਿਆ ਹੋਏ, ਜਬ ਹਮ ਹੋਤੇ ਤਬ ਤੂ ਨਾਹੀ, ਅਬ ਤੂ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਓਦਤ, ਜਲ ਕੇਵਲ ਜਲ ਮਾਹੀ, ਮਾਧਵੇ ਕਿਆ ਕਹੀਐ ਪਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਭਗਤ ਰਵਿਦਾਸ ਜੀ। ਐਗਜ਼ੈਕਟਲੀ ਉਸੇ ਡਾਇਰੈਕਸ਼ਨ 'ਚ ਬਾਤ ਆ ਰਹੀ ਹੈ। ਬੰਦੇ ਨੂੰ ਇਹ ਦੱਸਿਆ ਜਾ ਰਿਹਾ ਹੈ, ਹੂ ਯੂ ਆਰ, ਤੂੰ ਕੌਣ ਹੈ। ਜਦੋਂ ਗੁਰਦੇਵ ਇੱਥੇ ਉਸ ਬਾਤ ਨੂੰ ਸਾਡੇ ਸੰਸਾਰੀ ਭਾਸ਼ਾ 'ਚ ਪਾਉਂਦੇ ਕਿ ਮੇਰੇ ਘਰ ਰੱਬ ਸੱਜਣ ਆ ਗਿਆ, ਹਿਰਦੇ ਘਰ ਦੇ ਵਿੱਚ ਜਦੋਂ ਹਮ ਕਰ ਸਾਜਨੇ ਆਏ, ਉਹਦੀ ਆਮਦ ਹੋਈ। ਸਭ ਤੋਂ ਪਹਿਲਾਂ ਤੇ ਸਾਚੇ ਮੇਲ ਮਿਲਾਏ। ਮੈਂ ਉਹਦਾ ਸ਼ੁਕਰਗੁਜ਼ਾਰ ਹੋਵਾਂ ਜਿਹਨੇ ਇਹ ਘੜੀਆਂ ਲਿਆਂਦੀਆਂ, ਜਿਹਨੇ ਸਮਾਂ ਬਖਸ਼ਿਆ, ਜੇ ਇਹ ਸੱਜਣ ਆਇਆ ਹੈ, ਜਿਹਦੇ ਸਦਕਾ ਇਹ ਪੋਸੀਬਲ ਹੋਇਆ ਹੈ, ਮੈਂ ਉਹਦਾ ਥੈਂਕਫੁਲ ਹੋਵਾਂ। ਗੁਰੂ ਉਹਦੀ ਬਾਤ ਹੋ ਰਹੀ ਹੈ ਇਹਦੇ ਵਿੱਚ। ਸੋ ਉਹਦੀਆਂ ਫਿਰ ਅੱਗੇ ਜਾ ਕੇ ਨਿਸ਼ਾਨੀਆਂ ਨੇ ਉਹਦੀ ਆਮਦ ਦੀਆਂ। ਉਹਦੀ ਆਮਦ ਨਾਲ ਕੀ ਚੇਂਜਸ ਆ ਰਹੇ ਨੇ, ਤਬਦੀਲੀਆਂ ਕੀ ਆਈਆਂ ਨੇ, ਉਹਦੇ 'ਚ ਅਸੀਂ ਬਾਤ ਕਰਦੇ ਹੋਏ ਜੋ ਅੰਤਲੀ ਪੰਕਤੀਆਂ 'ਚ ਪਹੁੰਚੇ ਸੀ ਇਸ ਪਦੇ ਦੇ, ਕਿ ਪੰਚ ਸ਼ਬਦ ਤੁਨ ਅਨਹਦ ਵਾਜੇ, ਹਮ ਕਰ ਸਾਜਨੇ ਆਏ। ਜਦੋਂ ਮੇਰੇ ਘਰ ਸੱਜਣ ਆ ਗਏ, ਉਹ ਸਾਜਣ ਆ ਗਏ, ਪੰਚ ਸ਼ਬਦ ਤੁਨ ਅਨਹਦ ਵਾਜੇ। ਹੁਣ ਇਹਦੇ ਇੱਕ ਤੇ ਹੈਗਾ ਕਿ ਬੰਦੇ ਦੇ ਬਲੀਵ ਸਿਸਟਮ ਨੂੰ ਜੇ ਥੋੜ੍ਹਾ ਜਿਹਾ ਅਸੀਂ ਅੰਡਰਸਟੈਂਡ ਕਰੀਏ ਨਾ, ਤੇ ਐਨੀਥਿੰਗ which can convince us very deeply, that would be our faith or belief. ਜਿਹੜੀ ਕੋਈ ਵੀ ਚੀਜ਼ ਹੋਏ ਜਿਹੜੀ ਸਾਨੂੰ ਬਹੁਤ ਡੀਪਲੀ ਕਨਵਿੰਸ ਕਰ ਜੇ, ਡਜ਼ਨਟ ਮੈਟਰ ਉਹ ਰੈਸ਼ਨਲ ਹੈ, ਲੌਜੀਕਲ ਹੈ, ਅਨਰੈਸ਼ਨਲ ਹੈਗੀ ਹੈ, ਇਰੈਸ਼ਨਲ ਹੈਗੀ ਹੈ, ਹੂ ਕੇਅਰ। ਕੋਈ ਵੀ ਚੀਜ਼ ਇੱਕ ਵਾਰੀ ਆ ਗਈ ਅੰਦਰ। ਸਾਡੇ ਉਸ ਖਿੱਤੇ 'ਚ ਦੇਖੋ ਤੁਸੀਂ, ਮਤਲਬ ਇਹ ਜਿਹੜਾ ਮਲ ਮੂਤਰ ਆ, ਇੱਥੇ ਗੰਦਗੀ ਹੈ, ਕਿਹਨੂੰ ਨਹੀਂ ਪਤਾ ਹੈਗਾ। ਮਤਲਬ ਕਿਸੇ ਵੀ ਕਿਸਮ ਦਾ ਜਿਹੜਾ ਖਾਸ ਕਰਕੇ ਇਹ ਜਿਹੜਾ ਇਸ ਤਰੀਕੇ ਦਾ ਹੈਗਾ ਹੈ, ਇਹਨੂੰ ਅਸੀਂ ਕਿਸ ਤਰੀਕੇ ਨਾਲ ਉਹਦੇ ਨਾਲ ਆਪਣੀ ਜਿਹੜਾ ਹੈਗਾ ਆ ਸਾਡੀ ਸਾਂਝ ਹੁੰਦੀ ਹੈ। ਵੀ ਨੈਵਰ ਲਾਈਕ ਇਟ। ਪਰ ਆਪ ਇਸ ਦੇਖੋ ਕਿ ਪੂਰੇ ਦੇ ਪੂਰੇ ਖਿੱਤੇ ਦੇ ਵਿੱਚ ਹਜ਼ਾਰਾਂ ਲੱਖਾਂ ਨਹੀਂ ਕਰੋੜਾਂ ਲੋਕ ਇੱਕ ਜਾਨਵਰ ਦੇ ਜਿਹੜਾ ਯੂਰਿਨ ਨੂੰ ਉਹਨੂੰ ਪੀਣ ਤੱਕ ਤਿਆਰ ਹੋ ਗਏ। ਇਹ ਕੀ ਹੈ? ਇਹ ਕਿਸੇ ਲੈਵਲ ਤੇ ਵੀ ਤੁਸੀਂ ਰੈਸ਼ਨਲ ਸਾਈਡ ਤੋਂ ਆ ਜਾਓ, ਕਿਸੇ ਤਰੀਕੇ ਨਾਲ ਬਿਲਕੁਲ ਜਿਹੜਾ ਥੋੜਾ ਜਿਹਾ ਵੀ ਦਿਮਾਗ ਰੱਖਦਾ ਬੰਦਾ ਹੈਗਾ ਕਿ ਰੈਸ਼ਨਲ who wants to do it, ਪਰ ਬਲੀਵ ਸਿਸਟਮ ਨਾਲ ਜੁੜ ਗਿਆ ਇਤਨਾ ਡੀਪ ਕਿ ਕੌਣ ਤੋੜੇਗਾ ਇਹਨੂੰ। ਸੋ ਇਹ ਚੀਜ਼ ਹੈ, ਇਹ ਜਦੋਂ ਕਿਸੇ ਡੀਪ ਲੈਵਲ ਤੇ ਚਲੇ ਜਾ, ਜਦੋਂ ਜਿੰਨੀ ਚੀਜ਼ ਬੰਦਾ ਬੜੇ ਸੈਕਰੇਟ ਵੇ ਦੇ ਨਾਲ ਅਡੋਪਟ ਕਰ ਲਏਗਾ, ਜਿਹੜੀਆਂ ਚੇਨਾਂ ਤੇ ਜੰਜੀਰਾਂ ਹੁੰਦੀਆਂ ਨੇ ਨਾ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬੰਦੇ ਨੂੰ ਕਿਤੇ ਬੰਨਣ ਵਾਸਤੇ, ਉਹ ਬਾਹਰ ਨਹੀਂ ਹੁੰਦੀਆਂ। ਬਾਹਰ ਵਾਲੀਆਂ ਜੰਜੀਰਾਂ ਤੇ ਬੰਦੇ ਤੋੜ ਦਿੰਦੇ ਨੇ। ਜਿਹੜੀ ਅੰਦਰ ਦੀ ਉਹ
ਜਿਹੜੀ ਤੁਹਾਨੂੰ ਕਿਤੇ ਬਲੀਵ ਕਰਾਤਾ, ਵਿਸ਼ਵਾਸ ਕਰਾਤਾ। ਲੈਟ ਮੀ ਐਕਚੁਅਲੀ ਤੁਹਾਨੂੰ ਇੱਕ ਸਿੰਪਲ ਐਗਜ਼ਾਮਪਲ ਦੇਣਾ ਆ। ਉਹ 'ਚ ਐਗਜ਼ਾਮਪਲ ਹੈ ਬੜੇ ਦਾਨਿਸ਼ਮੰਦ ਨੇ ਲਿਖੀ ਹੋਈ। ਉਹ ਕਹਿੰਦੇ ਕਿ ਇੱਕ ਊਠਾਂ ਦਾ ਕਾਫਲਾ ਆ ਜਿਹੜਾ ਵਪਾਰੀ ਪੁਰਾਣੇ ਸਮੇਂ ਅਰਬਿਸਤਾਨ ਤੋਂ ਬੜੀ ਬੜੀ ਦੂਰ ਤੱਕ ਜਾਂਦੇ ਰੇਤਲੀਆਂ ਸੁੱਕੀਆਂ ਜ਼ਮੀਨਾਂ ਦੇ ਉੱਤੇ। ਤੇ ਉਹ ਵਪਾਰੀ ਨੇ ਤੇ ਉਹ ਊਠਾਂ ਤੇ ਕੁਝ ਸਮਾਨ ਲੱਦ ਕੇ ਤੇ ਉਹ ਜਾ ਰਹੇ ਨੇ। ਰਸਤੇ 'ਚ ਕਾਫੀ ਦੇਰ ਸ਼ਾਮ ਹੋ ਗਈ। ਉਹਨੇ ਕਿਹਾ ਚਲੋ ਪੜਾਅ ਪਾ ਲੈਂਦੇ ਹਾਂ। ਪੜਾਅ ਪਾ ਲਿਆ, ਆਪਣੇ ਟੈਂਟ ਵਗੈਰਾ ਲਾਏ। ਵਪਾਰੀ ਉਹਦੇ 'ਚ ਜਾ ਕੇ ਸੌਣ ਲੱਗੇ। ਉਹਨਾਂ ਨਾਲ ਨੌਕਰ ਨੇ ਆ ਕੇ ਆਪਣੇ ਸੌਦਾਗਰ ਨੂੰ ਦੱਸਿਆ। ਕਹਿੰਦਾ ਵੀ ਇਹਨੂੰ ਇੱਕ ਮੁਸ਼ਕਿਲ ਆ। ਮੁਸ਼ਕਿਲ ਇਹ ਹੈ ਕਿ ਮੈਂ ਵੀ ਸਾਰੀ ਰਾਤ ਜਾਗ ਨਹੀਂ ਸਕਦਾ, ਮੈਨੂੰ ਵੀ ਨੀਂਦ ਆ ਜਾਣੀ ਹੈ। ਤੂੰ ਕਹਿੰਦਾ ਸੋ ਜਾ। ਤੂੰ ਕਹਿੰਦਾ ਸੋ ਤੇ ਜਾਵਾਂ, ਪਰ ਸਾਡੇ ਕੋਲ ਊਠਾਂ ਨੂੰ ਬੰਨ੍ਹਣ ਵਾਸਤੇ ਇਨਫ ਰੱਸੀਆਂ ਤੇ ਕਿੱਲੇ ਨਹੀਂ ਹੈ। ਉਹ ਕਹਿੰਦੇ ਚੱਲ ਬੰਨ੍ਹ ਕੇ ਦੇਖੋ। ਨੇ ਬੰਨੇ ਜਿਹੜੇ ਕਿੱਲੇ ਵਗੈਰਾ ਗੱਡ ਕੇ ਤੇ ਰੱਸੀਆਂ ਪਾ ਕੇ। ਇੱਕ ਊਂਟ ਰਹਿ ਗਿਆ। ਉਹ ਕਹਿੰਦੇ ਇੱਕ ਫਿਰ ਰਹਿ ਗਿਆ ਹੈਗਾ, ਹੁਣ ਉਹਨੂੰ ਤੇ ਖੁੱਲ੍ਹਾ ਤੇ ਛੱਡ ਨਹੀਂ ਸਕਦੇ। ਉਹ ਕਹਿੰਦਾ ਨਹੀਂ ਕੋਈ ਗੱਲ ਨਹੀਂ, ਮੈਂ ਅਰੇਂਜਮੈਂਟ ਕਰਦਾ ਹਾਂ। ਉਹ ਖੈਰ ਉਸ ਊਂਟ ਦੇ ਕੋਲ ਗਿਆ। ਜਿਵੇਂ ਦੂਸਰੇ ਊਂਠਾਂ ਵਾਸਤੇ ਉਹਨੇ ਕਿੱਲੇ ਗੱਡੇ ਸੀਗੇ, ਰੱਸੀਆਂ ਪਾਈਆਂ ਸੀਗੀਆਂ, ਬਿਲਕੁਲ ਉਸ ਤੋਂ ਮਤਲਬ 50 ਗੁਣਾ ਵੱਧ, 50 ਟਾਈਮ ਮੋਰ ਉਹਨੇ ਐਫਰਟ ਕਰਕੇ ਕਿੱਲਾ ਗੱਡਣ ਦਾ ਪ੍ਰਟੈਂਡ ਕੀਤਾ। ਫਿਰ ਉਸੇ ਤਰੀਕੇ ਨਾਲ ਰੱਸੀ ਪਾਉਣ ਦਾ ਪ੍ਰਟੈਂਡ ਕੀਤਾ, ਬੜਾ ਜ਼ੋਰ ਲਾ ਕੇ। ਫਿਰ ਬੰਨਿਆ। ਬੰਨ੍ਹ ਕੇ ਤੇ ਆਪਣੇ ਨੌਕਰ ਨੂੰ ਕਹਿੰਦਾ ਨਾਓ ਡੋਂਟ ਵਰੀ, ਗੋ ਐਂਡ ਸਲੀਪ। ਉਹ ਬੜਾ ਹੈਰਾਨ ਹੈ। ਕਹਿੰਦਾ ਨਾ ਰੱਸਾ ਪਾਇਆ ਹੈ, ਨਾ ਕਿੱਲਾ ਬੰਨਿਆ, ਪ੍ਰਟੈਂਡ ਹੀ ਕੀਤਾ, ਐਵੇਂ ਵਿਖਾਵਾ ਹੀ ਕੀਤਾ ਸਾਰਾ ਕੁਛ। ਉਹ ਕਹਿੰਦਾ ਡੋਂਟ ਵਰੀ, ਸੋ ਜਾ ਤੂੰ ਜਾ ਕੇ, ਮੈਂ ਜ਼ਿੰਮੇਵਾਰ ਹਾਂ। ਉਹ ਵੀ ਸੋ ਗਏ। ਜਦੋਂ ਦਿਨ ਚੜ੍ਹਿਆ, ਊਠ ਉਠਾਏ ਸਾਰੇ, ਸਮਾਨ ਲੱਦਣਾ ਸ਼ੁਰੂ ਕੀਤਾ। ਤੇ ਉਹ ਦੇਖਦਾ ਕਾਫੀ ਸਮਾਨ ਪਿਆ ਆ ਅਜੇ। ਤੇ ਉਹ ਆਪਣੇ ਨੌਕਰ ਨੂੰ ਆਵਾਜ਼ ਮਾਰਦਾ। ਉਹ ਕਹਿੰਦਾ ਜੇ ਸਮਾਨ ਪਿਆ, ਕੁਝ ਕੀ ਗੱਲ ਹੋਈ? ਉਹ ਕਹਿੰਦਾ ਜੀ ਕੀ ਕਰਾਂ? ਉਹ ਜਿਹੜੇ ਊਂਠ ਨੂੰ ਰਾਤ ਦਾ ਰੱਸਾ ਨਹੀਂ ਸੀ ਪਾਇਆ, ਕਿੱਲਾ ਨਹੀਂ ਬੱਝਾ ਸੀਗਾ, ਕਿੱਲਾ ਤੁਸੀਂ ਪ੍ਰਟੈਂਡ ਕੀਤਾ ਸੀਗਾ, ਉਹ ਉੱਠਿਆ ਹੀ ਨਹੀਂ, ਉਹ ਜਿਵੇਂ ਬੈਠਾ ਆ। ਉਹ ਕਹਿੰਦਾ ਉਹ ਮੈਂ ਭੁੱਲ ਗਿਆ ਸੀਗਾ ਅਸਲ ਦੇ ਵਿੱਚ। ਹਾਂ ਗੱਲ ਠੀਕ ਹੈ। ਉਹ ਕਹਿੰਦਾ ਕਮਾਲ ਹੈ, ਪਰ ਉਹਨੂੰ ਤਾਂ ਮੈਂ ਬਹੁਤ ਜ਼ੋਰ ਲਗਾਇਆ, ਡੰਡੇ ਵੀ ਲਗਾਉਣ ਦੀ ਟਰਾਈ ਕੀਤੀ। ਉਹ ਕਹਿੰਦਾ ਨਹੀਂ ਐਵੇਂ ਨਹੀਂ ਉੱਠਣਾ। ਉਹਨੇ ਜਿੰਨੀ ਐਫਰਟ ਪਾ ਕੇ ਪ੍ਰਟੈਂਡ ਕੀਤਾ ਆ, ਤੂੰ ਰੱਸਾ ਪਾਇਆ, ਉਸ ਤੋਂ ਡਬਲ ਐਫਰਟ ਪਾ ਕੇ ਪ੍ਰਟੈਂਡ ਕਰਕੇ ਉਹਦਾ ਰੱਸਾ ਖੋਲ੍ਹਣਾ ਪੈਣਾ, ਤਾਂ ਉੱਠੇਗਾ ਉਹ। ਐਕਚੁਅਲ ਲੈਵਲ ਤੇ ਬਾਤ ਦੇਖੋ ਕੀ ਹੈ। ਜਿਹੜੇ ਇੱਕ ਸੁਪਰਸਟੀਸ਼ੀਅਸ ਬਿਲੀਵ ਦੀ ਬਾਤ ਕੀਤੀ ਜਾਂਦੀ ਹੈ ਨਾ, ਇਹ ਐਵੇਂ ਨਹੀਂ ਆ ਜਾਂਦਾ। ਜਨਰੇਸ਼ਨਸ ਜਿਹਨੂੰ ਕੈਰੀ ਕਰੀ ਜਾਂਦੀਆਂ ਨੇ, ਫਿਰ ਉਹ ਸੁਰਤ 'ਚ ਪਈ ਜਾਏਗਾ। ਫਿਰ ਕਿਵੇਂ ਨਿਕਲੋਗੇ ਬਾਹਰ ਉਹਦੇ 'ਚੋਂ? ਧਾਰਮਿਕ ਦੁਨੀਆ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੇ ਇਹੋ ਜਿਹੇ ਹਿਪਨੋਸਿਸ, ਇਹੋ ਜਿਹੀਆਂ ਕਹਾਣੀਆਂ, ਇਹੋ ਜਿਹੇ ਚੀਜ਼ਾਂ ਦੇ ਨਾਲ ਅੰਗੇਜ ਕਰ ਦਿੱਤਾ ਜਾਂਦਾ ਜਿਹੜੀਆਂ ਰਿਐਲਿਟੀਜ਼ ਦੇ ਡੋਂਟ ਹੈਵ ਐਨੀ ਸਬਸਟੈਂਸ, ਬਟ ਸਟਿਲ ਪੀਪਲ ਬਿਲੀਵ, ਪੀਪਲ ਪ੍ਰੈਕਟਿਸ ਐਂਡ ਪੀਪਲ ਐਕਚੁਅਲੀ ਕੈਨ ਡਾਈ ਫਾਰ ਦੋਜ਼ ਕਾਈਂਡ ਆਫ ਥਿੰਗਸ। ਇਹਨਾਂ ਦੇ ਵਿੱਚੋਂ ਹੀ ਕੁਝ ਐਸਾ ਆ ਜਿਹੜੀਆਂ ਸਾਡੇ ਅੰਦਰ ਦੇ, ਜਿਹਨੂੰ ਪੈਰਾਨੋਇਡਸ ਕਹਿੰਦੇ ਅੱਜ ਦੀ ਲੈਂਗੁਏਜ ਦੇ ਵਿੱਚ, ਬੰਦੇ ਨੂੰ ਅੰਦਰ ਚੀਜ਼ਾਂ ਸੁਣਦੀਆਂ ਨੇ, ਚੀਜ਼ਾਂ ਵੇਖਦੀਆਂ ਨੇ। ਮੈਂ ਤਾਂ ਖੁਦ ਇੱਥੇ ਕਾਫੀ ਲੰਬੇ ਸਮੇਂ ਤੋਂ ਸਕਿਜ਼ੋਫਰੈਨਿਕ ਕੇਸਿਸ ਦੇ ਨਾਲ ਕੰਮ ਕਰ ਰਿਹਾ ਵਾਂ। ਅਤੇ ਆਪ ਹੈਰਾਨ ਹੋਵੋਗੇ, ਪੀਲ ਰੀਜਨ ਦੇ ਵਿੱਚ ਪਤਾ ਨਹੀਂ ਸਾਡੇ ਕਿੰਨੇ ਬੱਚੇ, ਮੈਂ ਖੁਦ ਮਤਲਬ ਮੁਸਲਸਲ ਕਾਉਂਸਲਿੰਗ ਕੀਤੀ ਆ, ਕਰ ਵੀ ਰਿਹਾ ਵਾਂ, ਜਿਹੜੇ ਆ ਕੇ ਇਹੋ ਜਿਹੀਆਂ ਗੱਲਾਂ ਦੱਸਦੇ ਨੇ ਵੀ ਗੁਰੂ ਨਾਨਕ ਸਾਹਿਬ ਨਾਲ ਗੱਲਬਾਤ ਹੁੰਦੀ ਹੈ, ਸਿੱਧੀ ਰੋਜ਼ ਹੁੰਦੀ ਹੈ। ਮਾਂ ਬਾਪ ਲੜਦੇ ਨੇ, ਆਹ ਦੇਖ ਕੈਸੇ ਕਮਲੀਆਂ ਗੱਲਾਂ ਕਰਦਾ ਹੈ, ਦੱਸੋ ਭਾਈ ਸਾਹਿਬ ਇਹਨੂੰ। ਉਹ ਕਹਿਣਗੇ ਲੈ ਤੁਸੀਂ ਭਾਈ ਸਾਹਿਬ ਜਿਹੜਾ ਹੈਗਾ ਆ, ਕੱਲ੍ਹ ਸਾਡੀ ਸਟਰੀਟ 'ਤੇ ਬਾਬਾ ਦੀਪ ਸਿੰਘ ਆਏ ਸੀ, ਗੇੜਾ ਲਾ ਕੇ ਗਏ। ਹੁਣ ਆਹ ਕੀ ਹੈ ਸਾਰੀ ਚੀਜ਼? ਐਕਚੁਅਲੀ ਜਿਹੜਾ ਇਹ ਸਾਰਾ ਰੂਪ ਆ, ਇਹ ਉਸੇ ਹਿਪਨੋਸਿਸ ਵਿੱਚੋਂ ਆ ਰਿਹਾ ਆ। ਤੇ ਉਹ ਮੁਸ਼ਕਿਲ ਇਹ ਬਣ ਗਈ ਕਿ ਉਹਨੂੰ ਇੱਕ ਰਿਲੀਜੀਅਸ ਲੈਵਲ 'ਤੇ ਲੈ ਆਂਦਾ ਗਿਆ। ਜਿਹੜਾ ਫੋਬਿਕ ਹੋ ਜਾਂਦਾ ਨਾ, ਤੇ ਸਕਿਜ਼ੋਫਰੈਨਿਕ ਲੈਵਲ 'ਤੇ ਇਹਦੀਆਂ ਕਈ ਲੇਅਰਸ ਨੇ, ਕਈ ਰੂਪਾਂ ਦੇ ਵਿੱਚ। ਕਿਉਂਕਿ ਮੁਸ਼ਕਿਲ ਤਾਂ ਇਹ ਹੈ ਇਹਨਾਂ ਮੁਲਕਾਂ ਦੇ ਵਿੱਚ, ਇੱਕ ਤਾਂ ਇਨਵਾਇਰਮੈਂਟ ਬੜਾ, ਮਤਲਬ ਤੁਸੀਂ ਦੇਖੋ ਏਸ਼ੀਅਨ ਕੰਟਰੀਜ਼ ਦੇ ਵਿੱਚ, ਉੱਥੇ ਕਰੋਨਾ ਦਾ ਨੰਬਰ ਲਗਾਤਾਰ ਥੱਲੇ ਜਾ ਰਿਹਾ, ਇੱਥੇ ਹਾਈ ਹੋ ਰਿਹਾ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਵਿੰਟਰ ਆ ਰਹੀ ਹੈ, ਅਤੇ ਕੰਟਰੋਲਡ ਜਿਹੜਾ ਹੈਗਾ, ਬੜੇ ਕਲੋਜ਼ ਇਨਵਾਇਰਮੈਂਟ ਦੇ ਵਿੱਚ
ਅਸੀਂ ਮੋਸਟਲੀ ਰਹਿ ਰਹੇ ਹਾਂ। ਤੇ ਡ੍ਰੌਪ ਆਫ ਵਾਟਰ ਨਾਲ ਫੈਲਣਾ ਇਹਨੇ। ਜਿੱਥੇ ਕਲੋਜ਼ ਕੰਟੈਕਟ ਹੋਏਗਾ ਤੁਹਾਡੇ ਰੈਸਪੀਰੇਟਰੀ ਸਿਸਟਮ ਦੇ ਨਾਲ ਮਾੜਾ ਜਿਹਾ ਇੱਕ ਵਾਰੀ ਆਇਆ ਨੇ, ਯੂ ਆਰ ਡਨ। ਸੋ ਇਹ ਰੂਪ ਆ ਇੱਥੇ ਜਿਹੜਾ ਇਹ ਬੜਾ ਕਲੋਜ਼ ਇਨਵਾਇਰਮੈਂਟ ਜਿਹਦੇ 'ਚ ਅਸੀਂ ਰਹਿੰਦੇ ਹੈਗੇ ਆ, ਇਹ ਸਭ ਤੋਂ ਵੱਧ ਮੈਂਟਲ ਜਿਹੜਾ ਹੈਗਾ ਮੈਂਟਲ ਹੈਲਥ ਨੂੰ ਅਫੈਕਟ ਕਰਦਾ ਆ। ਬੱਚਿਆਂ ਕੋਲ ਉਹੋ ਜਿਹਾ ਖੁੱਲ੍ਹਾ ਇਨਵਾਇਰਮੈਂਟ ਭੱਜਣ ਲਈ, ਕੁੱਦਣ ਲਈ, ਨੱਠਣ ਲਈ ਉਸ ਰੂਪ ਵਿੱਚ ਨਹੀਂ ਹੈਗਾ। ਫਿਰ ਮਾਫੀ ਮੰਗਾਂਗਾ ਜਿਹੜੇ ਲੋਕ ਨਵੇਂ ਸਟਰਗਲ ਕਰਕੇ ਇੱਥੇ ਕਿਸੇ ਤਰੀਕੇ ਨਾਲ ਸੈਟਲ ਹੋਣਾ ਚਾਹ ਰਹੇ ਨੇ। ਇਤਨਾ ਬਜਟ ਵੀ ਨਹੀਂ ਹੁੰਦਾ ਕਿ ਜਿਹੜੀਆਂ ਇੱਥੇ ਟੋਟਲ ਰਿਕ੍ਰੀਏਸ਼ਨਲ ਐਕਟੀਵਿਟੀਜ਼ ਨੇ ਉਹਨਾਂ 'ਚ ਪਾਰਟੀਸਪੇਟ ਕੀਤਾ ਜਾ ਸਕੇ, ਸਭ ਕੁਝ ਹੋ ਸਕੇ। ਫਿਰ ਹੁੰਦਾ ਕੀ ਹੈ, ਹੁੰਦਾ ਕਿ ਇੱਕ ਉਸ ਇਨਵਾਇਰਮੈਂਟ 'ਚ ਕਰੂਜੀ ਜਾਂਦੇ ਹਾਂ, ਲੜੀ ਜਾਂਦੇ ਹਾਂ, ਸਭ ਕੁਝ। ਫਿਰ ਵੱਡਾ ਜਿਹੜਾ ਇੱਕ ਲੈਵਲ, ਜਿਹੜਾ ਵੱਡਾ ਹਰਡਲ ਹੈਗਾ ਲੈਂਗੁਏਜ ਬੈਰੀਅਰ, ਤੇ ਇਕੱਲਾ ਲੈਂਗੁਏਜ ਬੈਰੀਅਰ, ਕਲਚਰਲ ਬੈਰੀਅਰ, ਤੇ ਨੈਕਸਟ ਵਨ ਇਜ਼ ਐਜੂਕੇਸ਼ਨਲ ਬੈਰੀਅਰ। ਕੋਈ ਮਾੜੀ ਮੋਟੀ ਕੋਈ ਪ੍ਰੋਬਲਮ ਆ ਗਈ, ਕੁਝ ਆ ਗਿਆ, ਉਹਦੇ ਬਾਰੇ ਬਹੁਤ ਰਿਸੋਰਸਿਸ ਨੇ, ਬੜਾ ਕੁਝ ਆ, ਪਰ ਐਜੂਕੇਸ਼ਨ ਨਹੀਂ ਹੈ। ਹੁਣ ਉਹਦੇ ਨਾਲ ਜਦੋਂ ਪ੍ਰੋਪਰ ਡਾਟ ਮੈਚਿੰਗ ਨਹੀਂ ਹੁੰਦੀ ਤੇ ਹੁੰਦਾ ਕੀ ਹੈ, ਇੰਨਾ ਕੁ ਇਸ਼ੂ ਉਹ ਬਹੁਤ ਲੌਂਗ ਲਾਸਟ ਹੋ ਜਾਂਦਾ ਹੈ। ਮੈਂ ਤਾਂ ਰੀਸੈਂਟਲੀ ਇੱਕ ਜਿਹੜਾ ਹੈਗਾ ਆ ਇੱਕ ਕੇਸ ਸੀਗਾ, ਤੇ ਉਹਦੇ 'ਚ ਹੋਇਆ ਇਹ ਕਿ ਉਹ ਕਹਿੰਦੇ ਕਿ ਕੇਸ ਉਹਨੂੰ ਡਾਕਟਰ ਨੇ ਡਾਇਗਨੋਸ ਕਰ ਦਿੱਤਾ ਕਿ ਇਹ ਜਿਹਨੂੰ ਅਸੀਂ ਕਹਿੰਦੇ ਹੈਗੇ ਆ ਡੂਅਲ ਪਰਸਨੈਲਿਟੀ ਡਿਸਆਰਡਰ ਜਿਹੜਾ ਆ, ਇਹ ਬਾਈਪੋਲਰ ਆ। ਬਾਈਪੋਲਰ ਆ, ਮੈਨੂੰ ਵੀ ਥੋੜ੍ਹਾ ਅਟਪਟਾ ਜਿਹਾ ਲੱਗਾ। ਕਾਫੀ ਮਤਲਬ ਏਜਡ ਬੰਦਾ ਆ ਬਾਈਪੋਲਰ। ਕਰਦਿਆਂ ਕਰਾਉਂਦਿਆਂ ਖੈਰ ਜਦੋਂ ਲੰਬਾ ਉਹਦਾ ਸਾਰੇ ਦਾ ਸਾਰਾ ਅਸੈਸਮੈਂਟ ਦੁਬਾਰਾ ਦੇਖੀ, ਸਭ ਕੁਛ ਆਈਡੀਆ ਆਇਆ, ਨੋ ਦਿਸ ਇਜ਼ ਨੋਟ ਬਾਈਪੋਲਰ, ਦਿਸ ਇਜ਼ ਐਕਚੁਅਲੀ ਹਾਈ ਫੰਕਸ਼ਨਿੰਗ autism which have been detected in early childhood time. Due to that reason, this individual is still suffering. ਹੁਣ ਇਹ ਹਾਲਾਂਕਿ ਫਰਕ ਥੋੜਾ ਜਿਹਾ, ਪਰ ਇਸ ਮਾਈਲਡ ਫਰਕ ਦੇ ਨਾਲ ਹੀ ਪੂਰੇ ਦਾ ਪੂਰਾ ਟ੍ਰੀਟਮੈਂਟ ਬਦਲ ਜਾਂਦਾ ਹੈ। ਉਹ ਪੂਰਾ ਟ੍ਰੀਟਮੈਂਟ ਬਦਲਿਆ ਨਹੀਂ ਤੇ ਉਹ ਜਿਹੜੀ ਚੀਜ਼ ਸੀਗੀ, ਉਹ ਜਿਹੜੀ ਬੜੀ ਈਜ਼ੀਲੀ ਉਹਨੂੰ ਹੈਂਡਲ ਕੀਤਾ ਜਾ ਸਕਦਾ ਸੀਗਾ, ਉਹ ਆਊਟ ਆਫ ਕੰਟਰੋਲ ਹੋ ਗਈ। ਹੁਣ ਜਿਹੜੀ ਮੈਂ ਬੇਨਤੀ ਕਰ ਰਿਹਾ ਉਸ ਰੂਪ ਦੇ ਵਿੱਚ, ਕਿਉਂਕਿ ਉਹ ਜਿਹੇ ਰਿਸੋਰਸਿਸ ਹੈਗੇ ਨੇ, ਐਜੂਕੇਸ਼ਨ ਨਹੀਂ ਹੈ, ਐਨਰਜੀ ਨਹੀਂ ਹੈ, ਫਿਰ ਉਹਨਾਂ ਟਾਈਮ ਪੀਰੀਅਡ ਵੀ ਇਸ ਤਰੀਕੇ ਨਾਲ ਨਹੀਂ ਹੈਗਾ। ਤੇ ਸਭ ਦੇ ਵਿੱਚੋਂ ਫਿਰ ਇਹ ਹੋਇਆ ਕਿ ਅਸੀਂ ਫਿਰ ਉਸੇ ਮਤਲਬ ਜਿਹਨੂੰ ਕਿਹਾ ਜਾਏ ਕਿ ਆਪਣੇ ਹੀ ਕਿਸੇ ਟ੍ਰੈਡੀਸ਼ਨਲ ਸਾਈਡ 'ਤੇ ਚਲੇ ਗਏ, ਆਪਾਂ ਆਪਣੇ ਤਰੀਕੇ ਨਾਲ ਡੀਲ ਕਰਦੇ ਹਾਂ। ਇੱਥੇ ਲੋਕੀ ਸਕਿਜ਼ੋਫਰੈਨਿਕ ਲੋਕਾਂ ਨੂੰ ਓਪਰੀਆਂ ਕੱਢਣ ਵਾਲਿਆਂ ਕੋਲ, ਭੂਤ ਕੱਢਣ ਵਾਲਿਆਂ ਕੋਲ, ਮੈਨੂੰ ਇੱਥੇ ਗੁਰਦੁਆਰਾ ਸਾਹਿਬ ਇੱਕ ਦੋਰੀ ਇੱਕ ਸੱਜਣ ਮਿਲੇ ਤੇ ਉਹ ਕਹਿੰਦੇ ਭਾਈ ਸਾਹਿਬ ਰਿੱਧੀਆਂ ਸਿੱਧੀਆਂ ਨੂੰ ਵੈਸੇ ਤਾਂ ਮੰਨਦੇ ਨਹੀਂ, ਪਰ ਜੇ ਗੁਰਮਤਿ 'ਚ ਕਿਤੇ ਹੁੰਦੀਆਂ ਨੇ ਤੇ ਕੋਈ ਬੰਦਾ ਮਿਲਾਓ। ਕੀ ਹੋਇਆ? ਉਹ ਕਹਿੰਦੇ ਮਿਲਾਓ ਜ਼ਰੂਰ, ਕਿਉਂਕਿ ਕੋਈ ਇਹੋ ਜਿਹਾ ਕੰਮ ਬੱਚੇ ਨੂੰ ਕੋਈ ਪ੍ਰੋਬਲਮ ਆ ਗਈ, ਕੋਈ ਅਰਦਾਸ ਕਰੇ ਤਾਂ ਠੀਕ ਹੋ ਜਾਏ। ਇਸ ਤਰੀਕੇ ਦੇ ਨਾਲ, ਹਾਲਾਂਕਿ ਅਰਦਾਸ ਤਾਂ ਫਿਰ ਮੈਂ ਬੇਨਤੀ ਕਰਾਂ ਤੁਹਾਡੇ ਬਲੀਵ ਨਾਲ ਸੰਬੰਧ ਆ, ਤੁਹਾਡੇ ਵਿਸ਼ਵਾਸ ਨਾਲ, ਪਰ ਜਿਹੜੀ ਇਹੋ ਜਿਹੀ ਚੀਜ਼ ਆ ਕਿ ਕੋਈ ਰੇਖ 'ਚ ਮੇਖ ਲਾ ਕੇ ਕੋਈ ਬਾਹਰੋਂ ਇਹੋ ਜਿਹਾ ਕੋਈ ਚੀਜ਼ ਕਰਾ ਦੇਗਾ। ਫਿਰ ਸਾਰੇ ਦੇ ਵਿੱਚ ਜਿੱਥੇ ਮੈਂ ਮੌਲਿਕ ਰੂਪ ਵਿੱਚ ਆ ਰਿਹਾ ਸੀਗਾ, ਉਹਦੇ 'ਚ ਇਹ ਹੈ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਅੰਡਰਸਟੈਂਡ ਕਰੋ। ਜਿਹੜੇ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਹਾਂ ਵੀ ਆਪਣੇ ਆਪ ਅੰਦਰ ਵਾਜੇ ਵੱਜਣ ਲੱਗ ਜਾਂਦੇ ਨੇ, ਧੁਨਾਂ ਵੱਜਦੀਆਂ ਨੇ, ਇਹ ਸਭ ਚੀਜ਼ਾਂ ਵੱਜਦੀਆਂ ਨੇ, ਦੇਖੋ ਇਹ ਸਾਰੇ ਪੈਰਾਨੋਇਡਸ ਨੇ। ਜਿਹੜੀ ਹੈਲਦੀ ਮਾਨਸਿਕਤਾ ਆ ਉਹਦੇ ਵਿੱਚ ਇਹ ਸਭ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ। ਗੁਰੂ ਸਾਹਿਬ ਨੇ ਇਸ ਕਿਸਮ ਦੀ ਚੀਜ਼ ਜਿਹੜੀ ਹੈ, ਬਾਤ ਜਿਹੜੀ ਸ਼ਬਦ ਦੀ, ਉਹਨੂੰ ਧਿਆਨ ਨਾਲ ਸਮਝੀਏ। ਉਹਦੇ ਜਿਹੜਾ ਐਕਚੁਅਲ ਜਿਹੜੀ ਉਹਦੇ 'ਚ ਜਿਹੜਾ ਐਸੈਂਸ ਆ, ਜਿਹੜੀ ਉਹਦੀ ਅਸਲ ਰੂਹ ਜਾਂ ਸਪਿਰਿਟ ਆ, ਉਹਨੂੰ ਫੜੀਏ। ਨਹੀਂ ਤੇ ਸ਼ਬਦ ਕੁਝ ਹੋਰ ਕਿਹਾ ਜਾ ਰਿਹਾ ਹੈ, ਕਿਉਂਕਿ ਮੇਰੀ ਅੰਡਰਸਟੈਂਡਿੰਗ ਉਵੇਂ ਦੀ ਹੈ, ਮੈਂ ਉਹਨੂੰ ਕਿਸੇ ਹੋਰ ਲੈਵਲ ਤੇ ਲੈ ਗਿਆ, ਮੈਨੂੰ ਹੋਰ ਸਰਲ ਕਰਕੇ ਬਿਆਨ ਕਰ ਦੇਣਾ ਤੁਹਾਡੇ ਸਾਹਮਣੇ। ਬੜੀ ਇੱਕ ਲਿਟਰੇਚਰ 'ਚ ਬੜੀ ਕਮਾਲ ਦਾ ਐਗਜ਼ਾਮਪਲ ਕੀਤੀ ਜਾਂਦੀ ਹੈ ਕਿ ਪੁਰਾਣੇ ਸਮੇਂ ਇੱਕ ਛੋਟੀ ਜਿਹੀ ਰਿਆਸਤ ਆ, ਤੇ ਉਸ ਰਿਆਸਤ ਦਾ ਕੋਈ ਰਾਜੇ ਨੂੰ ਕੋਈ ਠੱਗੀ ਲਾ ਕੇ ਬੰਦਾ ਭੱਜ ਗਿਆ, ਤੇ ਉਹ ਰਾਜਾ ਕਹਿੰਦੇ ਇਟਸ ਨੋਟ ਏ ਬਿਗ ਡੀਲ। ਕਿੱਥੇ ਭੱਜ ਲਏਗਾ? ਕਿਉਂਕਿ ਸਾਰੀ ਰਿਆਸਤ ਜਿਹੜੀ ਹੈ ਉਹ ਕਿਸੇ ਵਾਟਰ ਬਾਡੀ ਦੇ ਨਾਲ ਕਵਰ ਇੱਕ ਆਈਲੈਂਡ ਦੀ ਤਰ੍ਹਾਂ ਆ, ਤੇ ਉਸ ਤੋਂ ਬਾਹਰ ਜਾਣ ਵਾਸਤੇ ਬੇੜੀ ਦਾ ਸਹਾਰਾ ਲੈਣਾ ਪੈਂਦਾ। ਤੇ ਬੇੜੀਆਂ ਉਹਨਾਂ ਨੂੰ ਪਤਾ ਕਿੱਥੇ ਕਿਤੇ 2-4 ਜਗ੍ਹਾ ਤੇ ਬੇੜੀਆਂ ਲੱਗਦੀਆਂ, ਤੇ ਉਹ ਬੰਦੇ ਜਿਹੜੇ ਮਲਾਹ ਨੇ ਉਹ ਸਰਕਾਰੀ ਇੰਪਲੋਈ ਨੇ। ਸੋ ਉਹਨੇ ਕਿਹਾ ਵੀ ਉਹ ਜ਼ਰੂਰ ਬੇੜੀ ਤੱਕ ਪਹੁੰਚਿਆ ਹੋਣਾ, ਘੋੜਾ ਭਜਾਓ ਤੇ ਉਦੋਂ ਤੱਕ ਮੈਸੇਜ ਪਹੁੰਚਾਓ। ਤੇ ਜਲਦੀ ਦੇ ਨਾਲ ਮੈਸੇਜ ਲਿਖਿਆ ਗਿਆ, ਮੈਸੇਜ ਦੇ 4 ਲਾਈਨਾਂ 4 ਅੱਖਰ ਲਿਖੇ,
ਘੋੜੇ ਵਾਲੇ ਨੂੰ ਪਕੜਾਇਆ, ਤੂੰ ਦੌੜ ਕੇ ਗਿਆ। ਜਦੋਂ ਤੂੰ ਗਿਆ ਤੂੰ ਬੇੜੀ ਵਾਕਈ 'ਚ ਤਿਆਰ ਹੋ ਰਹੀ ਹੈ, ਬੰਦਾ ਬੇੜੀ 'ਚ ਬੈਠਾ ਤੇ ਮਲਾਹ ਤੁਰਨ ਲੱਗਾ। ਉਹ ਬੰਦਾ ਡਰ ਗਿਆ, ਸਰਕਾਰੀ ਬੰਦਾ ਆ ਗਿਆ ਬਾਈ, ਹੁਣ ਤੇ ਮੁਸ਼ਕਿਲ ਹੋ ਗਈ। ਉਹ ਜਿਵੇਂ ਹੀ ਆਇਆ ਤਾਂ ਉਹਨੇ ਆ ਕੇ ਉਹਨੂੰ ਰੁੱਕਾ ਫੜਾਇਆ, ਪਿਆ ਰੁੱਕਾ ਭਾਈ। ਰੁੱਕਾ ਪੜ੍ਹਦਿਆਂ ਨਾਲ ਉਹ ਕਹਿੰਦਾ ਭਾਈ ਉਤਰ ਥੱਲੇ ਬੇੜੀ ਤੋਂ, ਸਰਕਾਰੀ ਆਰਡਰ ਆ ਗਿਆ, ਤੈਨੂੰ ਅਸਲ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਸਕਦਾ। ਉਹ ਕਹਿੰਦਾ ਦਿਖਾ ਮੈਨੂੰ ਰੁੱਕਾ। ਐਵੇਂ ਕਿਵੇਂ ਆ, ਸਰਕਾਰੀ ਕੰਮ ਲਈ ਤੇ ਜਾ ਰਿਹਾ ਮੈਂ। ਕੌਨਫੀਡੈਂਸ ਵਧਿਆ ਬੰਦੇ ਦਾ ਉਸ ਤਰੀਕੇ ਨਾਲ, ਉਹਨੇ ਵਧਾ ਕੇ ਉਹਨੇ ਬਾਤ ਕੀਤੀ। ਉਹ ਕਹਿੰਦਾ ਅੱਛਾ। ਉਹ ਕਹਿੰਦਾ ਦੇਖ, ਉਹ ਤੈਨੂੰ ਪੜ੍ਹਨ ਦਾ ਨਹੀਂ ਪਤਾ, ਰੁੱਕਾ ਕੀ ਸੀਗਾ? ਰੁੱਕਾ ਇਹ ਲਿਖਿਆ ਸੀਗਾ ਪਕੜੋ ਮਤ ਜਾਣੇ ਦੋ, ਬਸ ਇਹਨੇ ਲਿਖਿਆ ਸੀਗਾ ਵੀ ਇਹਨੂੰ ਪਕੜ ਲਓ, ਇਹਨੂੰ ਜਾਣ ਨਾ ਦਿਆ ਜੇ। ਉਹ ਕਹਿੰਦਾ ਪਤਾ ਤੁਹਾਨੂੰ ਪੜ੍ਹਨਾ ਨਹੀਂ ਆ ਰਿਹਾ, ਗੜਬੜ ਹੋ ਗਈ, ਤੁਸੀਂ ਗਲਤ ਪੜ੍ਹ ਰਹੇ ਹੋ। ਤੁਸੀਂ ਪੜ੍ਹ ਰਹੇ ਹੋ ਪਕੜੋ ਮਤ ਜਾਣੇ ਦੋ, ਐਵੇਂ ਨਾ ਪੜ੍ਹੋ, ਇੱਥੇ ਲਿਖਿਆ ਪਕੜੋ ਮਤ ਜਾਣੇ ਦੋ। ਆ ਦੇਖੋ, ਇਹ ਤੇ ਮੈਸੇਜ ਹੀ ਉਲਟਿਆ। ਇਹ ਮੈਸੇਜ ਇਹ ਹੈ ਰੋਕੋ ਨਾ ਜਾਣ ਦਿਓ। ਹੁਣ ਆਹ ਜਿਹੜਾ ਦੇਖੋ ਤੁਸੀਂ ਕਿਸ ਰੂਪ ਦੇ ਵਿੱਚ ਹੈ, ਟਵਿਸਟ ਚੀਜ਼ਾਂ ਐਵੇਂ ਹੋ ਜਾਂਦੀਆਂ। ਗੱਲ ਇੱਕੋ ਚੀਜ਼ ਨੂੰ ਬੰਦਾ ਆਪਣੀ ਸੋਚ ਮੁਤਾਬਕ ਟਵਿਸਟ ਕਰ ਰਿਹਾ ਉਸ ਰੂਪ ਦੇ ਅੰਦਰ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਇਹ ਮੈਸੇਜ ਹੈ ਸਾਰੇ ਦਾ ਸਾਰਾ, ਜਿਵੇਂ ਆਹੀ ਸ਼ਬਦ ਆ ਰਿਹਾ ਹੁਣ, ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਕਰ ਸਾਜਨ ਆਏ। ਜਦੋਂ ਉਹ ਸਾਜਨ ਆ ਗਿਆ ਹਿਰਦੇ ਘਰ ਦੇ ਵਿੱਚ, ਮੈਨੂੰ ਐਕਸਪੀਰੀਅੰਸ ਹੋਈ ਉਹ ਚੀਜ਼। ਪੰਜ ਸ਼ਬਦ ਤੁਨ ਅਨਹਦ ਵਾਜੇ, ਪੰਜ ਸ਼ਬਦ, ਪੰਜ ਸ਼ਬਦਾਂ ਦੀ ਜਿਹੜੀ ਗੱਲ ਪੜ੍ਹੀਏ, ਦੁਨੀਆ ਦੇ ਸਾਰੇ ਸਾਜ਼ਾਂ ਦੀਆਂ ਪੰਜ ਸ਼੍ਰੇਣੀਆਂ ਨੇ। ਪੰਜ ਕੈਟਾਗਰੀਜ਼ ਦੇ ਵਿੱਚ ਦੁਨੀਆ ਦਾ ਸਾਰਾ ਮਿਊਜ਼ਿਕ ਪੂਰਾ ਹੋ ਜਾਂਦਾ, ਹਰ ਤਰ੍ਹਾਂ ਦਾ ਮਿਊਜ਼ਿਕ। ਤੁਸੀਂ ਸ਼ਾਇਦ ਕਿਤੇ ਇਸ ਤਰੀਕੇ ਦੇ ਉਹ ਕਵਿਤ ਵਗੈਰਾ ਪੜ੍ਹੇ ਹੋਣ, ਉਹਨਾਂ ਜ਼ਿਕਰ ਕੀਤਾ ਜਾਂਦਾ ਹੈ ਵੀ ਤਤ ਤੰਤੀ ਵਿਤ ਚਰਮ ਕਾ ਘਣ ਕਾਂਸੀ ਕੋ ਜਾਨ, ਨਾਦ ਸ਼ਬਦ ਘਟਕੂ ਕਹਿਤ ਸੁਬਰ ਸਵਾਸ ਪਹਿਚਾਨ। ਕਹਿੰਦੇ ਕਿ ਇਹ ਪੰਜ ਹੀ ਤੱਤ ਜਿਹੜਾ ਹੈਗਾ ਮੇਨ ਸਾਜ਼ ਨੇ। ਤਤ ਤੰਤੀ ਵਿਤ ਚਰਮ ਕਾ, ਸਭ ਤੋਂ ਪਹਿਲੇ ਤਰ੍ਹਾਂ ਦੇ ਸਾਜ਼ ਹੁੰਦੇ ਨੇ ਜਿਹੜੇ ਤੰਤੀ ਸਾਜ਼ ਨੇ, ਤਾਰ ਨਾਲ ਵੱਜਦੇ ਨੇ। ਜਿਵੇਂ ਸਾਡੇ ਘਰ ਦੇ ਵਿੱਚ ਸਿਤਾਰ ਆ, ਤਾਨਪੁਰਾ ਆ, ਤੁੰਬੀ ਹੈ, ਇਸ ਰੂਪ ਦੇ ਸਿਤਾਰ ਕੱਲੀ ਤਾਰ ਵੱਜਣੀ, ਉਹਦੇ ਵਿੱਚੋਂ ਮਿਊਜ਼ਿਕ ਕੱਢਣਾ, ਸੰਗੀਤ ਕੱਢਣਾ। ਇਹ ਸਭ ਤੋਂ ਮੁਸ਼ਕਲ ਗਿਟਾਰ ਜਿਵੇਂ ਹੈ, ਇਹ ਵਜਾਣੇ ਬਹੁਤ ਹਾਰਡ ਹੈਗੇ ਨੇ। ਇਸੇ ਲਈ ਤੰਤੀ ਸਾਜ਼ ਆਲਮੋਸਟ ਨਿਰਧਾਰਤ ਹੋ ਗਏ ਨੇ। ਪ੍ਰਿੰਸੀਪਲ ਕਰਤਾਰ ਸਿੰਘ ਹਰਾਂ ਨੇ ਦਰਬਾਰ ਸਾਹਿਬ ਦੇ ਕੀਰਤਨ ਦੇ ਵਿੱਚ ਇੱਕ ਸਾਜਿੰਦਾ ਬਿਠਾਇਆ ਇਸ ਰੂਪ ਵਿੱਚ, ਬੜੀ ਮਿਹਨਤ ਕਰਕੇ। ਅਨੰਦਪੁਰ ਸਾਹਿਬ ਇੱਕ ਕਾਲਜ ਖੋਲ੍ਹਿਆ ਗਿਆ ਤੰਤੀ ਸਾਜ਼ਾਂ ਦੀ ਸਿਖਲਾਈ ਵਾਸਤੇ, ਯੰਗ ਬੱਚਿਆਂ ਨੂੰ ਪ੍ਰੇਰਿਆ ਗਿਆ, ਕੁਛ ਉਸ ਰਿਵਾਈਵ ਕੀਤਾ, ਅਦਰਵਾਈਜ਼ ਟ੍ਰੈਡੀਸ਼ਨ ਹੀ ਚਲੀ ਗਈ ਸੀ। ਤਤ ਤੰਤੀ ਵਿਤ ਚਰਮ ਕਾ, ਚਰਮ ਚਮੜਾ, ਚਮ। ਦੂਸਰੇ ਸਾਜ਼ ਜਿਹੜੇ ਨੇ ਤੁਹਾਨੂੰ ਦੁਨੀਆ ਭਰ ਦੇ ਵਿੱਚ ਤੁਸੀਂ ਦੇਖੋ ਚਮ ਨਾਲ ਮੜੇ ਹੋਏ, ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਡਰਮਜ਼ ਆਉਂਦੇ ਨੇ, ਢੋਲਕੀਆਂ, ਤਬਲੇ, ਹਰ ਤਰ੍ਹਾਂ ਦੇ ਢੋਲ ਵਗੈਰਾ ਜਿਹੜੇ ਹੈਗੇ ਨੇ, ਉਹਨਾਂ ਦੇ ਉੱਤੇ ਚਮ ਬੜਿਆ ਹੁੰਦਾ ਹੈ। ਉਹ ਚਮ ਨੂੰ ਵਜਾ ਕੇ ਉਹਦੇ ਵਿੱਚੋਂ ਥਾਪ ਪਾ ਕੇ ਸਾਜ਼ ਜਿਹੜਾ ਆਵਾਜ਼ ਕੱਢ ਕੇ ਸੰਗੀਤ ਪੈਦਾ ਕੀਤਾ ਜਾਂਦਾ। ਪਰ ਇਹ ਵੀ ਸੱਚਾਈ ਹੈ ਕਿ ਇਕੱਲਾ ਇੱਕ ਤਰ੍ਹਾਂ ਦਾ ਨਹੀਂ, ਇਹਨਾਂ ਦੇ ਮਿਸ਼ਰਣ ਨਾਲ ਵੀ, ਜਿਵੇਂ ਜਿਹੜੀ ਤੰਤੀ ਦੀ ਤੰਦ ਆ, ਤਾਰ ਆ, ਤੇ ਚਮ, ਜਿਵੇਂ ਤੁਸੀਂ ਦੇਖਦੇ ਹੋ ਸਤਾਰ ਦੇ ਉੱਤੇ ਚਮੜਾ ਮੜ ਕੇ ਉਹਦੇ ਉੱਤੇ ਤਾਰ ਖਿੱਚੀ ਜਾਂਦੀ ਹੈ। ਤੁੰਬੀ ਚਮੜਾ ਮੜ ਕੇ ਉਹਦੇ ਉੱਤੇ ਤਾਰ ਪਾਈ ਜਾਂਦੀ ਹੈ। ਚਮੜਾ ਤੇ ਤਾਰ ਦੋਵੇਂ ਰਲ ਕੇ, ਸੋ ਸੰਗੀਤ ਇਸ ਤਰੀਕੇ ਨਾਲ, ਇਹ ਸ਼੍ਰੇਣੀਆਂ ਨੇ ਇਸ ਰੂਪ ਵਿੱਚ ਫਿਰ ਅੱਗੇ ਵੱਧਦੀਆਂ ਤੁਰੀਆਂ ਲੱਗੀਆਂ, ਫਿਰ ਡਿਫਰੈਂਟ। ਪਰ ਇਹ ਜਿਹੜੀ ਕਲਾਸ ਆ ਇਸੇ ਤਰ੍ਹਾਂ ਦੀ ਹੈ ਕਿ ਤਤ ਤੰਤੀ ਵਿਤ ਚਰਮ ਕਾ ਘਣ ਕਾਂਸੀ, ਘਣ ਕਾਂਸੀ ਜਿਹੜਾ ਖਾਸ ਕਰਕੇ ਘਣ ਕੁੱਟਣਾ, ਹਾਰਡ ਮੈਟਲ ਜਿਹੜਾ ਹੈਗਾ ਆ, ਉਹਦੇ ਵਿੱਚੋਂ ਆਵਾਜ਼ ਕੱਢਣੀ। ਜਿਵੇਂ ਘੁੰਗਰੂ ਦੀ ਆਵਾਜ਼ ਹੁੰਦੀ ਹੈ, ਜਿਵੇਂ ਸਾਡੇ ਘਰ ਛੈਣਿਆਂ ਦੀ ਆਵਾਜ਼ ਆ, ਮੈਟਲ ਦੀ ਆਵਾਜ਼ ਆ ਸਾਰੀ। ਸੋ ਜੇ ਮੈਟਲ ਟੱਲੀਆਂ, ਮੈਟਲ ਇਹਦਾ ਵੀ ਮਿਊਜ਼ਿਕ ਆਪਣੇ ਆਪ ਦੇ ਵਿੱਚ। ਪਰ ਕਈ ਵਾਰੀ ਮੈਟਲ, ਤੰਦ ਤੇ ਚਮ ਰਲਾ ਕੇ ਵੀ ਵਜਾਏ ਜਾਂਦੇ ਨੇ, ਜਿਵੇਂ ਸਰੰਗੀ ਹੈ। ਜਾਂ ਤੁਸੀਂ ਜਿਹੜਾ ਹੈਗਾ ਵੱਡੀ ਜਿਹੜੀ ਉਹ ਡਰਮ ਬੀਟ ਵਜਾਉਂਦੇ ਨੇ ਇਸ ਤਰੀਕੇ ਦੇ ਨਾਲ, ਉਹਦੇ ਉੱਤੇ ਉਹ ਮੈਟਲ ਵੀ ਹੁੰਦਾ ਆ, ਚਮ ਵੀ ਹੁੰਦਾ ਆ, ਐਵਰੀਥਿੰਗ ਇਜ਼ ਇਨਕਲੂਡ ਉਸ ਰੂਪ ਦੇ ਵਿੱਚ। ਤੇ ਕਿਹਾ ਨਾਦ ਸ਼ਬਦ ਘਟਕੂ ਕਹਿਤ, ਨਾਦ ਸ਼ਬਦ ਹੰਡੇ ਘੇੜੇ ਦੀ ਆਵਾਜ਼ ਜਿਹੜੀ ਹੁੰਦੀ ਹੈ, ਇਹ ਐਕਚੁਅਲ ਲੈਵਲ ਤੇ ਮਿੱਟੀ ਦਾ ਬਣਿਆ ਹੋਇਆ ਸਾਜ਼ ਜਿਵੇਂ ਹੁੰਦਾ, ਤੇ ਉਹਦੇ ਨਾਲ ਕਿਰਚਣ ਦੀ ਆਵਾਜ਼, ਜਿਵੇਂ ਉਹ ਹੁੰਦਾ, ਇਸ ਤਰ੍ਹਾਂ ਹੁੰਦਾ, ਇੱਕ ਘੜਾ ਹੁੰਦਾ ਤੇ ਘੜੇ ਦੇ ਉੱਤੇ ਕੱਪੜਾ ਬੰਨ੍ਹ ਕੇ ਉਹਦੇ ਵਿੱਚ ਸਿੱਧਾ ਫਰ ਪਾ ਦਿੱਤਾ ਜਾਂਦਾ ਥੱਲੇ, ਤੇ ਜਦੋਂ ਖਿੱਚਿਆ ਜਾਂਦਾ ਉਹਦੇ ਨਾਲ ਕਿਰਚਣ ਦੀ ਆਵਾਜ਼ ਆਉਂਦੀ ਮਿੱਟੀ ਦੇ ਉਸ ਰੂਪ ਦੇ ਵਿੱਚ। ਇਹ ਵੀ ਇੱਕ ਸੰਗੀਤ ਪੈਦਾ ਕਰਦੀ ਹੈ ਉਸ ਰੂਪ ਦੇ ਵਿੱਚ। ਅੱਜ ਕੱਲ੍ਹ ਕਿਉਂਕਿ ਇਲੈਕਟ੍ਰਿਕ ਰਿਸੋਰਸ ਆ ਗਏ ਨੇ ਸਾਰੇ, ਅੱਜ ਕੱਲ੍ਹ ਤੇ ਮਿਊਜ਼ਿਕ ਵੀ ਸਾਰਾ ਕੰਪਿਊਟਰ ਤੇ ਆ ਗਿਆ ਸਾਰਾ। ਤੁਸੀਂ ਦੇਖੋ ਡਮ ਡਮ ਟੱਪ ਡੱਪ ਉੱਥੇ ਵੱਜੀ ਜਾਂਦੀ ਸਾਰੀ।
ਐਕਚੁਅਲ ਲੈਵਲ ਤੇ ਜਿਹੜਾ ਸਾਜ਼ਾਂ ਦਾ ਵਜਾਣਾ ਆ ਨਾ, ਇਹ ਬਹੁਤ ਬੰਦੇ ਦੀਆਂ ਜਿਹੜੀਆਂ ਸੌਫਟ ਮੋਟਰ ਸਕਿੱਲਸ ਨੇ, ਇਹਨਾਂ ਦੇ ਨਾਲ ਬੰਦੇ ਦੀ ਜਿਹੜੀ ਕੋਗਨੀਸ਼ਨ ਫੰਕਸ਼ਨਿੰਗ ਹੈ, ਇਹਨੂੰ ਪ੍ਰਭਾਵਿਤ ਕਰਦਾ। ਜਿਹੜਾ ਬੰਦਾ ਜਿੰਨੇ ਵੱਧ ਸਾਜਿੰਦੇ ਰੂਪ ਦੇ ਵਿੱਚ ਸਾਜ਼ਾਂ ਨੂੰ ਵਜਾਉਣਾ ਜਾਣਦਾ ਆ, ਉਹਦੀ ਮੈਂਟਲ ਹੈਲਥ ਉਤਨੀ ਬੈਟਰ ਹੋ ਸਕਦੀ ਹੈ। ਅੱਜ ਤੇ ਮੈਂਟਲ ਹੈਲਥ ਜਿਹਦੀਆਂ ਗੱਲਾਂ ਕੀਤੀਆਂ ਜਾਂਦੀਆਂ। ਸਾਡੇ ਸਿੱਖਾਂ ਦੇ ਘਰ ਦੇ ਵਿੱਚ ਬਾਤ ਹੁੰਦੀ ਸੀ, ਸਿੱਖ ਹੋਣ ਦਾ ਮਤਲਬ ਕੀਰਤਨ ਕਰਨਾ। ਕੀਰਤਨ ਪੱਕੀ ਬਾਤ ਹੈ, ਸਾਜ਼ ਘਰ ਹੋਏਗਾ, ਕੀਰਤਨ ਹੋਏਗਾ, ਸ਼ਬਦ ਗਾਏ, ਜਿਹਨਾਂ ਦੀ ਸਾਰੀ ਬਾਣੀ ਰਾਗ ਸਾਹਿਤ ਆ। ਤੁਸੀਂ ਦੇਖੋ ਨਾ, ਐਡਾ ਵੱਡਾ ਖਜ਼ਾਨਾ ਆ। ਉਹਨਾਂ ਨੂੰ ਰਾਗ ਰਾਗਣੀਆਂ ਗਾਉਣੀਆਂ ਆਉਂਦੀਆਂ, ਸੁਣਨੀਆਂ ਆਉਂਦੀਆਂ। ਨਹੀਂ ਤੇ ਇੱਥੇ ਹਾਲਤ ਇਹ ਹੈ, ਬੰਦੇ ਨੂੰ ਮਾੜਾ ਜਿਹਾ ਕਿਤੇ ਫਾਈਨੈਂਸ਼ੀਅਲ ਲਾਸਟ ਹੋ ਜੇ, ਥੋੜਾ ਬਹੁਤਾ ਸੱਜੇ ਖੱਬੇ, ਤੇ ਬੰਦਾ ਅਸਮਾਨ ਤੋਂ ਥੱਲੇ ਡਿੱਗ ਜਾਂਦਾ ਹੈ। ਸਾਡੇ ਪੁਰਖੇ ਅੱਧੀ ਕਮਿਊਨਿਟੀ ਸ਼ਹੀਦ ਹੁੰਦੀ ਗਈ, ਸਭ ਕੁਝ ਛੱਡ ਪੱਟ ਕੇ ਜੰਗਲਾਂ ਬੇਲਿਆਂ 'ਚ ਜਾ ਵਸਦੇ ਗਏ, ਹਰ ਤਰ੍ਹਾਂ ਦਾ। ਪਰ ਕੋਈ ਕਿਤੇ ਹੈ ਉਹਨਾਂ ਨੂੰ ਕੋਈ ਡਿਪਰੈਸ਼ਨ ਆਇਆ ਹੋਏ, ਕਮਿਊਨਿਟੀ ਡਿਪਰੈਸ਼ਨ 'ਚ ਚਲੀ ਜਾਂਦੀ ਹੈ। ਮੈਂ ਇੱਥੇ ਇੱਕ ਪੂਰਾ ਕਿਤਾਬਚਾ ਪੜ੍ਹਿਆ ਸੀਗਾ, ਜਦੋਂ ਜਿਹੜਾ ਜਿਊਜ਼ ਨੂੰ ਯੂਰਪ ਤੋਂ ਹੋਲੋਕੌਸਟ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਨਾਰਥ ਅਮਰੀਕਾ ਆਉਣਾ ਪਿਆ, ਓਪਰੇਸ਼ਨ ਦੇ ਉੱਤੇ ਐਡਾ ਮੋਟਾ ਕਿਤਾਬਚਾ। ਉਹਨਾਂ ਦੇ ਓਪਰੇਸ਼ਨ ਦੇ ਵਿੱਚ ਐਡਿਕਸ਼ਨ ਕਿਵੇਂ ਇਨਵੋਲਵ ਹੋਇਆ, ਉਹਦੇ ਸਾਡੀ ਸਟੱਡੀ ਦਾ ਪਾਰਟ ਸੀਗਾ। ਤੇ ਸਾਰਿਆਂ ਨੂੰ ਪਤਾ ਲੱਗਾ ਕਿ ਕਮਾਲ ਹੋ ਗਈ। ਇਸ ਤਰੀਕੇ ਨਾਲ ਇੰਨੀ ਐਜੂਕੇਟਿਡ ਤੇ ਇੰਨੀ ਜਿਹੜੀ ਹੈਗੀ ਹੈ ਰਿਚ ਕਮਿਊਨਿਟੀ, ਇਹ ਇਸ ਤਰੀਕੇ ਨਾਲ ਗਈ। ਹਾਂ ਭਾਈ, ਜੋ ਅਸੀਂ ਆਪਣੇ ਪਿਛੋਕੜ 'ਚ ਦੇਖਦੇ ਹੈਗੇ ਆ, ਤੁਸੀਂ ਦੇਖੋ 18ਵੀਂ ਸਦੀ ਦੇ ਵਿੱਚ, 19ਵੀਂ ਸਦੀ ਵਿੱਚ ਤੁਹਾਨੂੰ ਐਡਿਕਸ਼ਨ ਦਾ ਨਾਂ ਤੱਕ ਨਹੀਂ ਮਿਲਦਾ। ਨਸ਼ਾ ਤੇ ਉਹਨਾਂ ਕੋਲ ਸੀ, ਹਫੀਮ ਆਮ ਪੈਦਾ ਹੁੰਦੀ ਸੀਗੀ, ਸ਼ਰਾਬ ਲਿਕਰ ਮੌਜੂਦ ਸੀ ਜਗ੍ਹਾ ਜਗ੍ਹਾ ਦੇ ਉੱਤੇ, ਹਰ ਤਰ੍ਹਾਂ ਦਾ ਨਸ਼ਾ ਮੌਜੂਦ ਸੀ। ਪਰ ਬਿਲਕੁਲ ਹੈ ਕਿਤੇ, ਹਾਂ ਇੱਕੋ ਹੀ ਨਸ਼ਾ ਹੈ ਬਾਣੀ ਦਾ, ਇੱਕੋ ਹੀ ਅਮਲ ਪ੍ਰਸ਼ਾਦੇ ਦਾ, ਬਸ ਉਹ ਵੀ ਜੇ ਮਿਲ ਗਿਆ। ਤੇ ਹਾਲਤ ਇਹ ਹੈ, ਮਤਲਬ ਛੋਲੇ ਚੱਬਦੇ ਹੋਏ ਬਦਾਮਾਂ ਦੀ ਬਾਤ ਕਰਦੇ ਨੇ। ਤੇ ਅੱਜ ਬਾਤ ਕੀਤੀ ਜਾ ਰਹੀ ਹੈ ਐਕਚੁਅਲ ਲੈਵਲ ਤੇ, ਜਿਹੜੀ ਤੁਸੀਂ ਫੂਡ ਖਾਂਦੇ ਹੋ, ਫੂਡ ਕੱਲਾ ਤੁਹਾਨੂੰ ਜ਼ਰੂਰੀ ਨਹੀਂ ਕਿ ਉਸ ਲੈਵਲ ਤੇ ਲੈ ਕੇ ਆਵੇ। ਫੂਡ ਦੇ ਨਾਲ ਨਾਲ ਤੁਸੀਂ ਇਨਟੇਕ ਕਿਵੇਂ ਕਰਦੇ ਹੋ, ਇਨਟੇਕ ਕਰਨ ਦੇ ਸਮੇਂ ਤੁਹਾਡੀ ਸਟੇਟ ਆਫ ਮਾਈਂਡ ਕੀ ਹੈਗੀ ਏ, ਉਸੇ ਕਿਸਮ ਦਾ ਸਲਾਈਵਾ ਤੁਹਾਡੇ ਜਿਹੜੇ ਗਲੈਂਡ ਨੇ ਪੈਦਾ ਕਰਨਗੇ। ਤੁਹਾਡੇ ਗਲੈਂਡਸ ਦਾ ਕੈਮੀਕਲਸ ਉਸ ਫੂਡ ਦੇ ਨਾਲ ਰਲ ਕੇ ਉਸ ਫੂਡ ਨੂੰ ਉਸ ਲੈਵਲ ਤੇ ਡਾਈਜੈਸਟ ਕਰੇਗਾ। ਬੰਦਾ ਖਾ ਬਦਾਮ ਰਿਹਾ, ਪਰ ਜਿਹੜੇ ਗਲੈਂਡ ਨੇ ਉਹਨਾਂ ਤੱਕ ਮੈਸੇਜ ਠੀਕ ਨਹੀਂ ਪਹੁੰਚ ਰਿਹਾ। ਅੰਦਰ ਦੀ ਸੋਚ ਜਿਹੜੀ ਹੈ, ਐਵੇਂ ਥੋੜਾ ਨਟਸ ਐਲਰਜੀ ਇੰਨੀ ਹੋ ਗਈ ਹੈ। ਨਟਸ ਆਰ ਦਾ ਬੈਸਟ ਥਿੰਗ ਫॉर ਫੂਡ। ਉਹਦੇ ਕਿਸੇ ਦਿਨ ਬਾਅਦ ਵੀ ਮੈਂ ਇਸ ਚੀਜ਼ ਤੇ ਬਾਤ ਕਰਾਂਗਾ, ਨਟਸ ਐਲਰਜੀ ਇਕੱਲੀ ਤੇ। ਇਹਦੇ ਦੋ ਮੇਨ ਰੀਜ਼ਨ ਬਣਦੇ ਹੈਗੇ, ਡੀਪ ਲੈਵਲ ਤੇ ਅਸੀਂ ਡਿਸਕਸ਼ਨ ਕਰਾਂਗੇ। ਇਹਦਾ ਖਜ਼ਾਨਾ ਆ ਪੂਰਾ ਦਾ ਪੂਰਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਲੈ ਕੇ ਸਾਡੇ ਕੋਲ ਜੋ ਕੁਛ ਹੈਗਾ, ਅਸੀਂ ਵੀ ਨੈਵਰ ਪੇ ਅਟੈਂਸ਼ਨ ਟੂਵਰਡ ਦੈਟ ਸਾਈਡ। ਖੈਰ, ਜਿਹੜੀ ਬਾਤ ਕਰ ਰਹੇ ਸੀ, ਵਾਪਸ ਉੱਥੇ ਆ ਜਾਵਾਂ ਮੈਂ, ਕਿ ਜਿਹੜਾ ਸਾਜ਼ਾਂ ਦੇ ਨਾਲ ਤੁਹਾਡੀ ਸਾਂਝ ਹੈ, ਇਹ ਤੁਹਾਡੀ ਮਾਨਸਿਕ ਹਾਲਤ ਨੂੰ ਕਹਾ ਹਾਇਰ ਲੈਵਲ ਤੇ ਲੈ ਆਉਂਦੀ ਹੈ। ਸੋ ਇੱਥੇ ਤਤ ਤੰਤੀ ਵਿਤ ਚਰਮ ਕਾ ਘਣ ਕਾਂਸੀ ਕੋ ਜਾਨ, ਨਾਦ ਸ਼ਬਦ ਘਟਕੂ ਕਹਿਤ ਸੁਭਰ ਸਵਾਸ ਪਹਿਚਾਨ। ਇੱਕ ਜਿਹੜਾ ਹੈਗਾ ਆ ਨਾਦ ਸ਼ਬਦ, ਜਿਹੜੀ ਹੰਡੇ ਖੇੜੇ ਦੀ ਆਵਾਜ਼, ਤੇ ਸੁਭਰ ਸਵਾਸ ਜਿਹੜੀ ਗੱਲ ਕੀਤੀ ਗਈ, ਇਹ ਬਾਤ ਕੀਤੀ ਗਈ ਹੈ ਜਿਹੜੇ ਸਾਜ਼ ਹਵਾ ਨਾਲ ਵੱਜਦੇ ਨੇ, ਜਿਵੇਂ ਬੰਸੁਰੀ ਵੱਜਦੀ ਹੈ, ਜਿਵੇਂ ਸਾਡਾ ਵਾਜਾ ਵੱਜਦਾ ਆ। ਸੋ ਤੰਤੀ ਸਾਜ਼, ਚੰਮ ਨਾਲ ਵੱਜਣ ਵਾਲੇ ਸਾਜ਼, ਕਣ ਕੁੱਟਣ ਵਾਲੇ, ਮੈਟਲ ਨਾਲ ਸਾਜ਼ ਵੱਜਣ ਵਾਲੇ, ਜਿਹੜੇ ਜਿਵੇਂ ਕੱਚੀ ਮਿੱਟੀ ਕਲੇ ਦੇ ਨਾਲ ਬਰਤਨ ਬਣੇ ਹੋਏ, ਜਿਵੇਂ ਦੀ ਸਾਜ਼ ਕਰੀਚਣ ਵਾਲੀ ਆਵਾਜ਼ ਜਿਹੜੀ ਹੁੰਦੀ ਹੈ, ਹੰਡੇ ਖੇੜੇ ਦੀ ਆਵਾਜ਼, ਤੇ ਹਵਾ ਨਾਲ ਵੱਜਣ ਵਾਲੇ ਸਾਜ਼, ਇਹ ਪੰਜ ਤਰ੍ਹਾਂ ਦੇ ਜਿਹੜੇ ਨਾਦ ਨੇ, ਆਵਾਜ਼ਾਂ ਕੱਢਣ ਵਾਲੇ ਸਾਜ਼, ਜਾਂ ਇਹਨਾਂ ਦੇ ਮਿਕਸਚਰ ਵਿੱਚੋਂ ਬਣੇ ਸਾਰਾ ਸੰਗੀਤ। ਮੈਟਾਫੋਰਿਕ ਵੇ ਨਾਲ ਇਹ ਗੱਲ ਕਹੀ ਜਾ ਰਹੀ ਹੈ, ਜਿੰਨਾ ਸੰਗੀਤ ਆ, ਤੇ ਸਾਰਾ ਸੰਗੀਤ ਦੇਖੋ ਖੁਸ਼ੀ ਨੂੰ ਇਜ਼ਹਾਰ ਕਰਨ ਦਾ, ਐਕਸਪ੍ਰੈਸ ਕਰਨ ਦਾ ਦੋ ਹੀ ਢੰਗ ਨੇ। ਇੱਕ ਤੇ ਇਹ, ਜਦੋਂ ਬਹੁਤ ਖੁਸ਼ ਹੋਏਗਾ ਬੰਦਾ, ਉਦੋਂ ਸੰਗੀਤ ਵਜਾਏਗਾ। ਤੁਸੀਂ ਦੇਖੋਗੇ ਉੱਚੀ ਉੱਚੀ, ਭਾਵੇਂ ਉਹ ਗਾਣੇ ਵਜਾਏ, ਉੱਚੀ ਉੱਚੀ ਉਹ ਗਾਏਗਾ, ਆਵਾਜ਼ਾਂ ਕੱਢੇਗਾ, ਸਾਜ਼ ਵਜਾਏਗਾ, ਚੰਗੇ ਲੱਗਣਗੇ ਉਹਨੂੰ। ਇਹਦੇ ਮੁਕਾਬਲਤਨ ਗਮੀ ਹੋ ਜਾਏ, ਇਹਦੀ ਬਿਲਕੁਲ ਇਹਨੂੰ ਇਜ਼ਹਾਰ ਕਰਨ ਦਾ ਤਰੀਕਾ ਇਹ ਹੈ, ਬੰਦਾ ਕਹੇਗਾ ਤੂੰ ਗਾਣਾ ਵਜਾਣਾ ਤੇ ਦੂਰ ਦੀ ਗੱਲ, ਮਿਊਜ਼ਿਕ ਤੇ ਦੂਰ ਦੀ ਗੱਲ ਛੱਡ, ਤੂੰ ਮੇਰੇ ਕੋਲ ਗੱਲ ਵੀ ਨਾ ਕਰ, ਲੀਵ ਮੀ ਅਲੋਨ, ਆਈ ਡੋਂਟ ਲਾਈਕ ਐਨੀ ਵੌਇਸ। ਇਹ ਐਕਚੁਅਲ ਹਿਊਮਨ ਜਿਹੜਾ ਹੈ ਮਾਈਂਡ ਦੀ ਇਹ ਸਿੱਧੇ ਰੂਪ ਦੇ ਸਮਝ ਜਿਹੜੀ ਹੈ ਉਹ ਸਮਝਣ ਸਾਨੂੰ ਲੋੜ ਹੈ ਇਹਦੀ, ਇਹ ਕਿਸ ਕਿਸਮ ਦੇ ਨਾਲ ਇਹਨੂੰ ਖੁਸ਼ੀ ਅਪੀਲ ਕਰਦੀ ਹੈ। ਇੱਕ ਤੇ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਸੰਗੀਤ ਵਜਾਉਂਦਾ ਖੁਸ਼ੀ ਦੇ ਇਜ਼ਹਾਰ ਵਾਸਤੇ, ਦੂਸਰਾ ਰੌਸ਼ਨੀ ਬੜੀ ਕਰਦਾ, ਉਹਨੂੰ ਰੌਸ਼ਨੀ ਚੰਗੀ ਲੱਗਦੀ, ਜਦੋਂ ਖੁਸ਼ੀ 'ਚ ਹੋਏ ਬੰਦਾ ਫਿਰ ਰੌਸ਼ਨੀ ਫੈਲਾਉਂਦਾ ਚਾਰ ਚੁਫੇਰੇ। ਇਹਦੇ ਮੁਕਾਬਲਤਨ ਗਮ ਹੋਏ ਬੰਦਾ ਹਨੇਰੇ 'ਚ ਬਹਿਣਾ ਚਾਹੁੰਦਾ ਹੈ,
ਉਹਨੂੰ ਹਨੇਰਾ ਚੰਗਾ ਲੱਗਦਾ ਆ। ਸੋ ਇੱਥੇ ਜਿਹੜੀ ਬਾਤ ਹੋ ਰਹੀ ਹੈ, ਜਦੋਂ ਹਮ ਕਰ ਸਾਜਨ ਆਏ, ਜਦੋਂ ਸੱਜਣ ਘਰ ਆ ਗਏ, ਤੇ ਤੁਸੀਂ ਵਿਆਹ ਦੇ ਸਮੇਂ ਦੁੱਖ ਮਿਲਾਪ ਦਾ ਸਮਾਂ ਹੁੰਦਾ ਨਾ ਵਿਆਹ ਦਾ, ਤੇ ਉਹਦੇ ਵਿੱਚ ਸੰਗੀਤ ਵੱਜਦਾ ਆ, ਉਹਦੇ 'ਚ ਸਾਜ਼ ਵੱਜਦੇ ਨੇ, ਉਹਦੇ 'ਚ ਰੌਸ਼ਨੀਆਂ ਕੀਤੀਆਂ ਜਾਂਦੀਆਂ ਨੇ, ਇਹੋ ਜਿਹੀਆਂ ਚੀਜ਼ਾਂ, ਸਭ ਚੀਜ਼ਾਂ ਉਸ ਰੂਪ ਦੇ ਵਿੱਚ। ਇੱਥੇ ਗੁਰੂ ਸਾਹਿਬ ਨੇ ਬਾਤ ਕੀਤੀ, ਪੰਜ ਸ਼ਬਦ ਧੁਨ ਅਨਹਦ ਵਾਜੇ। ਮੇਰੇ ਅੰਦਰ ਉਹ ਅਨਹਦ ਧੁਨ ਦੇ ਪੰਜ ਸ਼ਬਦ ਵੱਜ ਗਏ ਨੇ। ਇਹ ਕੋਈ ਪੈਰਾਨੋਇਡਸ ਦੀ ਗੱਲ ਨਹੀਂ ਹੋ ਰਹੀ, ਇਹ ਕੋਈ ਉਸ ਕਿਸਮ ਦੇ ਜਿਹੜਾ ਹੈਗਾ ਆ, ਕੋਈ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੋਈ ਮਤਲਬ ਆਪਣੇ ਅੰਦਰ ਇੱਕ ਸਾਈਕੋਪਾਥ ਦੀ ਗੱਲ, ਉਸ ਕਿਸਮ ਦੀ ਬਾਤ ਨਹੀਂ ਕੀਤੀ ਜਾ ਰਹੀ। ਇੱਥੇ ਤਾਂ ਗੱਲ ਕੀਤੀ ਜਾ ਰਹੀ ਹੈ ਇੱਕ ਆਲਮੀ ਸਮਝ ਦੇ ਵਿੱਚ, ਮੈਨੂੰ ਕਿਸੇ ਹੋਰ ਖੁਸ਼ੀ ਦੇ ਸਹਾਰੇ ਦੀ ਲੋੜ ਨਹੀਂ ਹੈ। ਸਾਡੀ ਹਾਲਤ ਇਹ ਹੈ, ਇਫ I really get any actually happy news or happiness, then next thing I would like to do, let's celebrate it by eating something sweet, by going somewhere for dinner। ਇਹੋ ਜਿਹੀਆਂ ਚੀਜ਼ਾਂ ਤੁਸੀਂ ਦੇਖਦੇ ਹੋ। ਜੇ ਖੁਸ਼ੀ ਆਪਣੇ ਆਪ 'ਚ ਆ ਗਈ ਹੈ, ਉਸ ਤੋਂ ਬਾਅਦ ਲੋੜ ਹੀ ਨਹੀਂ ਰਹਿਣੀ ਚਾਹੀਦੀ ਕਿਸੇ ਚੀਜ਼ ਦੀ। ਖੁਸ਼ੀ ਇਟ ਸੈਲਫ ਇਜ਼ ਖੁਸ਼ੀ। ਪਰ ਕਾਰਨ ਕੀ ਹੈ? ਉਹ ਸਿਰਫ ਮੌਕਾ ਆ, ਲੈਟ ਮੀ ਡੂ ਵਟ ਆਈ ਵਾਂਟ ਟੂ ਡੂ, ਉਸ ਪਾਸੇ ਨੂੰ ਬੰਦਾ ਤੁਰਦਾ ਆ। ਤੇ ਇਹਦੀ ਸੈਲੀਬ੍ਰੇਸ਼ਨ ਜਿਹੜੀ ਹੈ, ਸਭ ਤੋਂ ਵੱਡੀ ਖੁਸ਼ੀ ਦੀ ਸੈਲੀਬ੍ਰੇਸ਼ਨ ਲੋਕ ਕਿਵੇਂ ਕਰਦੇ ਨੇ? ਟੂ ਟੇਕ ਸਮ ਕਾਈਂਡ ਆਫ ਡਰੱਗਸ। ਦੁਨੀਆ ਦਾ ਸਭ ਤੋਂ ਵੱਧ ਸਬਸਟੈਂਸ ਜਿਹੜਾ ਆ, ਉਹ ਖੁਸ਼ੀ ਦੇ ਮਾਹੌਲ 'ਚ ਲਿਆ ਜਾਂਦਾ ਆ। ਆਮ ਹਾਲਤਾਂ ਦੇ ਵਿੱਚ ਬੰਦੇ ਦਾ ਵੀ ਇਹ ਇੰਟਲੈਕਟ ਕਹਿ ਰਿਹਾ, ਬੰਦੇ ਦਾ ਵੀ ਵਿਵੇਕ ਕਹਿ ਰਿਹਾ ਵੀ ਠੀਕ ਨਹੀਂ, ਨਾ ਨਾ ਨਾ, ਇਹ ਅਲਕੋਹਲ ਹੈ, ਇਹ ਨਾ, ਇਹ ਐਕਚੁਅਲੀ ਇਹਦੇ 'ਚ ਜਿਹੜਾ ਕੈਮੀਕਲ ਹੈਗਾ, ਦੈਟਸ ਨਾਟ ਗੁੱਡ ਇਹ ਚੀਜ਼। ਪਰ ਹੁਣ ਕੀ ਹੈ, ਹੁਣ ਐਕਚੁਅਲੀ ਇੱਕ ਲੈਵਲ ਤੇ ਕੁਝ ਇਹੋ ਜਿਹੀ ਖੁਸ਼ੀ ਆ ਗਈ, ਲੈਟਸ ਹੈਵ ਸਮ ਰਿਵਾਰਡ। ਰਿਵਾਰਡ ਵੀ ਕੈਸਾ ਆ? ਹੁਣ ਪਤਾ ਕੁਝ ਗਲਤ ਵੀ ਕਰ ਲਾਂਗੇ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਖੁਸ਼ੀ ਏਡੀ ਵੱਡੀ ਹੈ, ਕੀ ਫਰਕ ਪੈਂਦਾ ਹੈ? ਬੰਦਾ ਬੈਲੈਂਸ ਕਰ ਰਿਹਾ ਹੈ, ਉਸ ਖੁਸ਼ੀ ਦੇ ਸਮੇਂ ਕੁਝ ਜ਼ਹਿਰ ਲਿਆ ਰਿਹਾ, ਕੁਝ ਗਲਤ ਲਿਆ ਰਿਹਾ, ਕੁਝ ਨਾ ਕਰਨ ਯੋਗ ਕਰ ਰਿਹਾ ਹੈਗਾ ਆ। ਇਹ ਚੀਟ ਕਰ ਰਿਹਾ ਆਪਣੇ ਆਪ ਨੂੰ। ਇਹ ਦੁਨੀਆ ਇਸ ਕਿਸਮ ਦੀ ਸਾਡੀ ਜਿਹੜੀ ਹੈ, ਅੱਜ ਜਿਸ ਕਲਚਰ 'ਚ ਰਹਿ ਰਹੇ, ਪਾਰਟੀ ਕਲਚਰ ਹੈ ਸਾਰਾ। ਤੇ ਐਕਚੁਅਲ ਲੈਵਲ 'ਤੇ ਜੇ ਇਸ ਕਲਚਰ ਨੂੰ ਡੀਪ ਲੈਵਲ 'ਤੇ ਦੇਖਾਂਗੇ, ਤੇ ਇਸ ਪਾਰਟੀ ਕਲਚਰ ਦੇ ਵਿੱਚੋਂ ਜਿਹੜੀ ਆਈਸੋਲੇਸ਼ਨ ਆ, ਇਕੱਲਤਾ, ਉਹ ਨਿਕਲਦੀ ਹੈ। ਜਿੰਨਾ ਇਕੱਠ ਹੈ, ਜਿੰਨਾ ਬੰਦਾ, ਓਨਾ ਹੀ ਇਕੱਲਾ ਹੋ ਜਾਂਦਾ। ਬੰਦਾ ਸੋਚ ਕਰਕੇ, ਸਮਝ ਕਰਕੇ, ਖਿਆਲ ਕਰਕੇ, ਵਿਚਾਰ ਕਰਕੇ, ਸਾਂਝ ਕਰਕੇ ਦੂਰ ਹੋਈ ਜਾ ਰਿਹਾ ਹੈਗਾ। ਉਹਨੂੰ ਕੀ ਪਤਾ ਸਾਜਨ ਕਿਸੇ ਦਾ ਹੋ ਜਾਣਾ ਜਾਂ ਕਿਸੇ ਨੂੰ ਸਾਜਨ ਬਣਾ ਲੈਣਾ ਕੀ ਹੁੰਦਾ ਹੈ। ਇਸ ਲਈ ਸਾਡੀ ਸਭ ਤੋਂ ਵੱਡੀ ਇਹਨਾਂ ਮੁਲਕਾਂ ਦੀ ਹਾਲਤ ਜਿਹੜੀ ਹੈ, ਰਿਲੇਸ਼ਨਸ਼ਿਪ ਡੀਲਿੰਗ ਜ਼ੀਰੋ ਹੋ ਗਈ ਹੈ। ਕਾਮਨ ਲਾ ਪਾਰਟਨਰ ਇੱਥੇ ਆਮ ਕਰਕੇ ਹੈ। ਲੋਕੀ ਕਿਸੇ ਨਾਲ ਰਿਸ਼ਤੇ 'ਚ ਬੱਝਣ ਤੋਂ ਪਹਿਲਾਂ ਵੀ ਕਹਿੰਦੇ ਲੈਟਸ ਡੂ ਸਮ ਲੀਗਲ ਡਾਕੂਮੈਂਟੇਸ਼ਨ। Your stuff is yours and my stuff is mine, because I don't want to get cheated by having some kind of relationship. No, ਇਹਦਾ ਮਤਲਬ ਇਨਸਿਕਿਉਰਿਟੀ ਦੀ ਇੰਤਹਾ ਆ। ਜਿਹੜਾ ਤਨ ਮਨ ਧਨ ਸਭ ਸੌਂਪ, ਉਹ ਕਿੱਥੇ ਬਾਤ ਬਣੇਗੀ? ਇਹ ਸਾਜਨ ਆਉਣ ਦਾ ਇਸੇ ਲਈ ਇੱਥੇ ਇੱਕ ਵਿਆਹ, ਇੱਕ ਸਿਰਫ ਜਿਹਨੂੰ ਕਿਹਾ ਜਾਏ ਇੱਕ ਮਜ਼ਮੇਕਾਰੀ ਹੈ, ਇੱਕ ਤਰ੍ਹਾਂ ਦੀ ਨਾਲ ਜਿਹਨੂੰ ਜਿਹੜਾ ਕਹਿ ਲਓ ਵਿਖਾਵੇਬਾਜ਼ੀ ਹੈ। ਨਥਿੰਗ ਐਲਸ, ਲਿਫਾਫੇਬਾਜ਼ੀ ਹੈ ਸਾਰੀ, ਕੋਈ ਅਹਿਸਾਸ ਨਹੀਂ ਗਾ। ਇਹ ਚੀਜ਼ਾਂ, ਇਹ ਸਾਰੇ ਚੋਂ ਟੁੱਟੇ ਹੋਏ ਬੰਦੇ ਦੀ ਹਾਲਤ ਬਣ ਚੁੱਕੀ ਹੈ। ਤੇ ਫਿਰ ਜਿਹੜੇ ਲੋਕ ਥੋੜਾ ਡੀਪ ਲੈਵਲ ਤੇ ਨੂੰ ਅੰਡਰਸਟੈਂਡ ਕਰ ਗਏ, ਉਹ ਕਹਿੰਦੇ ਫੋਰਗੇਟ ਅਬਾਊਟ ਇਟ, ਮੈਰਿਜ, ਹੂ ਵਾਂਟਸ ਟੂ ਡੂ ਦੈਟ? ਨੋ। ਜੇ ਬੜੀ ਕਿਸੇ ਦੀ ਲੋੜ ਆ ਜਾਂ ਕਿਸੇ ਨੂੰ ਮੈਂ ਮਿਸ ਕਰਦਾ, ਆਈ ਵਿਲ ਸਟਾਰਟ ਲਿਵਿੰਗ ਵਿਦ ਦੈਟ ਪਰਸਨ। ਇਹ ਸਾਰਾ ਇੱਥੋਂ ਆ ਰਿਹਾ ਹੈਗਾ। ਤੇ ਐਂਡ ਆਫ ਦਾ ਡੇ ਜਿਹੜੀ ਸਫਰਿੰਗ ਹੈ, ਇਟਸ ਹਿਊਜ। ਮੈਂ ਤਾਂ ਇੰਟਰਫੇਥ ਮੈਰਿਜਸ ਤੇ ਕੰਮ ਕੀਤਾ, ਹੁਣ ਵੀ ਕਰ ਰਿਹਾ। ਤੁਸੀਂ ਯੂ ਕੈਨ ਨਾਟ ਬਿਲੀਵ ਦੈਟ। ਈਵਨ ਟ੍ਰੈਡੀਸ਼ਨਲ ਮੈਰਿਜ ਦੀ ਵੀ ਹਾਲ ਦੇਖੋ, ਪਰ ਇੰਟਰਫੇਥ ਮੈਰਿਜਸ ਕਿਉਂਕਿ ਉਹਦੀ ਸਫਰਿੰਗ ਜ਼ਿਆਦਾ ਹੋ ਰਹੀ ਹੈ, ਉਹਦੇ 'ਚ ਅਸੀਂ ਜ਼ਿਆਦਾ ਫੋਕਸ ਕਰ ਰਹੇ ਹਾਂ। ਸਾਹਿਬ ਮਹਾਰਾਜ ਨੇ ਬਿਆਨ ਕੀਤਾ, ਪੰਜ ਸ਼ਬਦ ਤੁਨ ਅਨਹਦ ਵਾਜੇ। ਜਦੋਂ ਉਹ ਹਾਲਤ ਬਣੀ, ਉਹਦੇ 'ਚ ਫਿਰ ਐਸੀ ਹਾਲਤ ਮਾਨਸਿਕ ਰੂਪ ਦੇ ਜਿਤਨੀ ਹੈ, ਖੁਸ਼ੀ ਦੀ ਇੰਤਹਾ ਆ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਸੱਜਣ ਨਾਲ ਸਾਂਝ ਬਣ ਗਈ, ਹਮ ਕਰ ਸਾਜਨ ਆਏ, ਇੰਝ ਲੱਗਾ ਸਾਜਨ ਮੇਰੇ ਘਰ ਆ ਗਿਆ ਹੈਗਾ ਆ। ਮਾਫੀ ਚਾਹਾਂਗਾ, ਪਤਾ ਤੇ 2 ਨੰਬਰ ਵੀ ਆਖਿਆ ਹੋਣਾ ਸੀਗਾ, ਆਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ। ਆਉਂਦੇ ਕੱਲ ਇਹਦੇ ਤੇ ਬਾਤ ਪਾਵਾਂਗੇ। ਅੱਜ ਵਾਸਤੇ ਸਮਾਂ ਹੋ ਗਿਆ। ਆਪ ਸਮੂਹ ਦਾ ਗੁਰਦੁਆਰੇ ਹਦੂਦ ਆ ਕੇ ਆ
ਟੀਵੀ ਰਾਹੀਂ ਸ਼ਬਦ ਨਾਲ ਸਾਂਝ ਪਾਉਣ ਵਾਸਤੇ ਬੜਾ ਧੰਨਵਾਦ। ਭੁੱਲਾਂ ਗਲਤੀਆਂ ਨਾ ਚਤਾਰਦੇ ਹੋਏ ਸਭ ਪ੍ਰੇਮ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।